ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਅਸੀਂ ਕਰਨ ਜਾ ਰਹੇ ਹਾਂ ਇੱਕ ਬਹੁਤ ਵੱਡਾ ਖੁਲਾਸਾ। ਕਰੀਬ 39 ਸਾਲ ਪਹਿਲਾਂ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਅੰਮ੍ਰਿਤਸਰ ਦੇ ਵਿੱਚ, ਤੇ ਆਪਰੇਸ਼ਨ ਬਲੂ ਸਟਾਰ ਦਾ ਸੇਕ ਅੱਜ ਵੀ ਮਹਿਸੂਸ ਸਿੱਖ ਸੰਗਤ ਤੇ ਸਿੱਖ ਭਾਈਚਾਰਾ ਕਰਦਾ ਹੈ। ਤੇ ਇਸ ਸਭ ਦੇ ਵਿਚਾਲੇ ਕਿਉਂਕਿ 1984 ਦੇ ਉਸ ਘਟਨਾਕ੍ਰਮ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਜੋ ਕੁਝ ਹੋਇਆ ਉਸਨੇ ਸਭ ਨੂੰ ਹਿਲਾ ਕੇ ਤਾਂ ਜ਼ਰੂਰ ਰੱਖ ਦਿੱਤਾ, ਪਰ ਇਸ ਸਭ ਦੇ ਵਿਚਾਲੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉੱਤੇ ਇੱਕ ਵੱਡਾ ਖੁਲਾਸਾ ਕੀਤਾ ਗਿਆ। ਆਪਰੇਸ਼ਨ ਬਲੂ ਸਟਾਰ ਤੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਗਿਆ। 39 ਸਾਲ ਬਾਅਦ ਇਹ ਤੱਥ ਨਿਕਲ ਕੇ ਇਸ ਸਮੇਂ ਸਾਹਮਣੇ ਆਏ ਨੇ। ਇਹ ਤੱਥ ਕੌਣ ਸਾਹਮਣੇ ਰੱਖ ਰਿਹਾ ਹੈ? ਇਹ ਤੱਥ ਰੱਖ ਰਹੇ ਨੇ ਜਨਰਲ ਸ਼ੁਬੇਗ ਸਿੰਘ ਦੇ ਭਰਾ ਬਿਆਨ ਸਿੰਘ। ਉਹਨਾਂ ਦੇ ਵੱਲੋਂ ਇਹ ਵੱਡਾ ਦਾਅਵਾ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਛੱਡਣਾ ਚਾਹੁੰਦੇ ਸੀ ਜਰਨੈਲ ਸਿੰਘ ਭਿੰਡਰਾਂਵਾਲਾ, ਕਿ ਅਕਾਲ ਤਖਤ ਨੂੰ ਛੱਡਣਾ ਚਾਹੁੰਦੇ ਸੀ, ਯਾਨੀ ਕਿ ਉੱਥੇ ਜਿਹੜੀ ਅਕਾਲ ਤਖਤ ਦੀ ਇਮਾਰਤ ਹੈ ਜਾਂ ਦਰਬਾਰ ਸਾਹਿਬ ਕੰਪਲੈਕਸ ਹੈ ਉਸ ਨੂੰ ਨੁਕਸਾਨ ਨਾ ਪਹੁੰਚੇ, ਇਸ ਕਰਕੇ ਜਰਨੈਲ ਸਿੰਘ ਭਿੰਡਰਾਂਵਾਲਾ ਉਸ ਥਾਂ ਨੂੰ ਛੱਡਣਾ ਚਾਹੁੰਦੇ ਸੀ। ਭਿੰਡਰਾਂਵਾਲਾ ਨਹੀਂ ਚਾਹੁੰਦੇ ਸਨ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਵੇ। ਇਹ ਬਹੁਤ ਵੱਡਾ ਇਸ ਸਮੇਂ ਖੁਲਾਸਾ ਤੁਹਾਨੂੰ ਦੱਸ ਰਹੇ ਹਾਂ। ਖੁਲਾਸਾ ਕਿਸ ਦੇ ਵੱਲੋਂ ਕੀਤਾ ਗਿਆ? ਜਨਰਲ ਸ਼ੁਬੇਗ ਸਿੰਘ ਦੇ ਭਰਾ ਬਿਆਨ ਸਿੰਘ ਦੇ ਵੱਲੋਂ। ਕਾਬਲੇ ਗੌਰ ਹੈ ਕਿ ਜਨਰਲ ਸ਼ੁਬੇਗ ਸਿੰਘ ਦੇ ਲਈ ਕਿਹਾ ਜਾਂਦਾ ਹੈ ਕਿ ਜਦੋਂ ਭਿੰਡਰਾਂਵਾਲਿਆਂ ਦੇ ਵੱਲੋਂ ਪੂਰਾ ਉੱਥੇ ਮੋਰਚਾ ਲਗਾਇਆ ਗਿਆ ਜਾਂ ਫੌਜ ਦੇ ਨਾਲ ਜੋ ਮੁਕਾਬਲਾ ਹੋਇਆ ਉਸ ਸਮੇਂ, ਉਸ ਦਾ ਪੂਰਾ ਮੋਰਚੇ ਨੂੰ ਉਸ ਦੀ ਰਣਨੀਤੀ ਬਣਾਉਣ ਵਾਲੇ ਜਨਰਲ ਸ਼ੁਬੇਗ ਸਿੰਘ ਹੀ ਸਨ, ਜੋ ਭਿੰਡਰਾਂਵਾਲੇ ਦੇ ਨਾਲ ਸੀ ਤੇ ਅੰਦਰ ਸੀ, ਤੇ ਉਹਨਾਂ ਦੇ ਵੱਲੋਂ ਹੀ ਪੂਰੀ ਰਣਨੀਤੀ ਉੱਥੇ ਘੜੀ ਗਈ ਸੀ। ਜੇ ਆਰਮੀ ਨੂੰ ਉੱਥੇ ਬਹੁਤ ਦਿੱਕਤ ਹੋਈ ਜਾਂ ਫਿਰ ਕਰੜਾ ਮੁਕਾਬਲਾ ਕਰਨਾ ਪਿਆ ਤਾਂ ਉਸ ਦੀ ਇੱਕ ਵੱਡੀ ਵਜ੍ਹਾ ਰਣਨੀਤੀ ਘੜੀ ਗਈ ਜੋ ਸ਼ੁਬੇਗ ਸਿੰਘ ਦੇ ਵੱਲੋਂ। ਤੇ ਹੁਣ ਸ਼ੁਬੇਗ ਸਿੰਘ ਦੇ ਭਰਾ ਦੇ ਵੱਲੋਂ ਕਰੀਬ 39 ਸਾਲ ਬਾਅਦ ਇਹ ਵੱਡਾ ਖੁਲਾਸਾ ਕੀਤਾ ਗਿਆ ਹੈ। ਵੱਡਾ ਖੁਲਾਸਾ ਕੀ ਹੈ? ਕਿਉਂਕਿ ਹੁਣ ਤੱਕ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਦੋਂ ਜ਼ਿਕਰ ਹੁੰਦਾ ਹੈ ਤਾਂ ਕਈ ਜਿਹੜੇ ਲੋਕ ਨੇ ਇਸ ਕਰਕੇ ਵੀ ਸਵਾਲ ਚੁੱਕਦੇ ਨੇ ਕਿ ਜਦੋਂ ਘਟਨਾਕ੍ਰਮ ਵਾਪਰਿਆ ਤਾਂ ਕਿਉਂ ਜਰਨੈਲ ਸਿੰਘ ਭਿੰਡਰਾਂਵਾਲੇ ਬਾਹਰ ਨਹੀਂ ਆਏ, ਕਿਉਂ ਅੰਦਰ ਹੀ ਰਹੇ? ਕੁਝ ਲੋਕ ਜਿਹੜੇ ਹੈਗੇ ਨੇ ਉਹ ਇਸ ਤਰੀਕੇ ਦੇ ਵੀ ਇਲਜ਼ਾਮ ਲਗਾਉਂਦੇ ਨੇ ਕਿ ਇਸ ਕਰਕੇ ਇਮਾਰਤ ਦਾ ਨੁਕਸਾਨ ਹੋਇਆ ਜਾਂ ਫਿਰ ਅੰਦਰ ਆਰਮੀ ਗਈ। ਇਸ ਤਰੀਕੇ ਦੇ ਜਿਹੜੇ ਇਲਜ਼ਾਮ ਨੇ ਉਹ ਵੱਖ-ਵੱਖ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਵੱਲੋਂ ਲਗਾਏ ਜਾਂਦੇ ਰਹੇ ਨੇ। ਪਰ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉੱਤੇ ਸ਼ੁਬੇਗ ਸਿੰਘ ਦੇ ਭਰਾ ਇੱਕ ਵੱਡਾ ਬਿਆਨ ਤੇ ਵੱਡਾ ਦਾਅਵਾ ਕਰ ਰਹੇ ਨੇ। ਬਿਆਨ ਸਿੰਘ ਦਾਅਵਾ ਕਰ ਰਹੇ ਨੇ, ਨਿਊਜ਼ 18 ਦੇ ਨਾਲ ਉਹਨਾਂ ਨੇ ਐਕਸਕਲੂਸਿਵ ਗੱਲਬਾਤ ਕੀਤੀ ਹੈ। ਦਾਅਵਾ ਕਰ ਰਹੇ ਨੇ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਚਾਹੁੰਦੇ ਸੀ ਕਿ ਉਹ ਅਕਾਲ ਤਖਤ ਛੱਡ ਕੇ ਉੱਥੋਂ ਚਲੇ ਜਾਣ। ਜਰਨੈਲ ਸਿੰਘ ਭਿੰਡਰਾਂਵਾਲੇ ਚਾਹੁੰਦੇ ਸੀ ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੇ ਹਮਲਾ ਨਾ ਹੋਵੇ, ਅਕਾਲ ਤਖਤ ਸਾਹਿਬ ਨੂੰ ਛੱਡ ਕੇ ਚਲੇ ਜਾਣਾ ਚਾਹੁੰਦੇ ਸਨ। ਪਰ ਆਖਿਰ ਅਜਿਹਾ ਕਿਉਂ ਨਹੀਂ ਹੋ ਸਕਿਆ? ਜਾਂ ਫਿਰ ਉਹਨਾਂ ਦੀ ਆਰਮੀ ਦੇ ਨਾਲ ਜਾਂ ਉਸ ਸਮੇਂ ਦੇ ਜਿਹੜੇ ਉੱਥੇ ਮੌਜੂਦ ਅਫਸਰ ਸੀ ਕਿ ਉਹਨਾਂ ਦੇ ਨਾਲ ਗੱਲਬਾਤ ਹੋਈ ਨਹੀਂ ਹੋਈ, ਇੱਕ ਵੱਡਾ ਸਵਾਲ ਜ਼ਰੂਰ ਹੈ। ਤਾਂ ਸ਼ੁਬੇਗ ਸਿੰਘ ਦੇ ਭਰਾ ਨੇ ਬਿਆਨ ਸਿੰਘ, ਕਾਬਿਲੇ ਗੌਰ ਹੈ ਕਿ ਜਨਰਲ ਸ਼ੁਬੇਗ ਸਿੰਘ ਆਰਮੀ ਦੇ ਵਿੱਚ ਰਹੇ ਸਨ, ਉਸ ਤੋਂ ਬਾਅਦ ਉਹਨਾਂ ਦੀ ਰਿਟਾਇਰਮੈਂਟ ਤੋਂ ਪਹਿਲਾਂ ਉਹਨਾਂ ਨੂੰ ਹਟਾਇਆ ਗਿਆ। ਬਹੁਤ ਸਾਰੇ ਘਟਨਾਕ੍ਰਮ ਵਾਪਰੇ ਤੇ ਜਿਹੜਾ ਮੋਰਚਾ ਲਗਾਇਆ, ਮੋਰਚਾ ਪੂਰਾ ਜਿਹੜੀ ਰਣਨੀਤੀ ਅੰਦਰ ਤੈਅ ਜਾਂ ਬਣਾਈ ਗਈ ਸੀ, ਜਨਰਲ ਸ਼ੁਬੇਗ ਸਿੰਘ ਦਾ ਜ਼ਿਕਰ ਹੁੰਦਾ ਹੈ ਕਿ ਉਹਨਾਂ ਦੇ ਵੱਲੋਂ ਭਿੰਡਰਾਂਵਾਲਿਆਂ ਦੇ ਨਾਲ ਮਿਲ ਕੇ ਉਹ ਪੂਰੀ ਰਣਨੀਤੀ ਬਣਾਈ ਗਈ ਸੀ, ਘੜੀ ਗਈ ਸੀ। ਤਾਂ ਉਸ ਦੇ ਉੱਤੇ ਇੱਕ ਵੱਡਾ ਖੁਲਾਸਾ ਇਸ ਸਮੇਂ ਬਿਆਨ ਸਿੰਘ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਅਕਾਲ ਤਖਤ ਸਾਹਿਬ ਛੱਡਣਾ ਚਾਹੁੰਦੇ ਸੀ ਭਿੰਡਰਾਂਵਾਲਾ। ਤਾਂ ਸਵਾਲ ਇਹੀ ਹੈ ਕਿ ਆਖਿਰ ਉਹ ਮੁਮਕਿਨ ਕਿਉਂ ਨਹੀਂ ਹੋ ਸਕਿਆ? ਸੁਣਵਾਨੀਆਂ ਤੁਹਾਨੂੰ ਕੀ ਕੁਝ ਕਿਹਾ ਗਿਆ ਹੈ ਬਿਆਨ ਸਿੰਘ ਹੋਰਾਂ ਦੇ ਵੱਲੋਂ। ਜਿਹੜਾ ਅੰਤਲਾ ਸਮਾਂ ਸੀ ਭਿੰਡਰਾਂਵਾਲਿਆਂ ਦਾ, ਹਾਂਜੀ, ਉਸ ਵੇਲੇ ਦੋਨਾਂ ਦੀ ਮੁਲਾਕਾਤ ਹੁੰਦੀ ਰਹੀ ਹੈ। ਉਹਨਾਂ 3-4 ਥੋੜੇ ਦਿਨ ਪਹਿਲਾਂ ਹੋਈ ਆ ਅਕਾਲ ਤਖਤ ਸਾਹਿਬ ਤੇ, ਜਦੋਂ ਇਹਨਾਂ ਮੀਟਿੰਗ ਹੋਈ ਆ ਕਿ ਆਪਾਂ ਇੱਥੋਂ ਛੱਡ ਜਾਂਦੇ ਆ ਤੇ ਅਕਾਲ ਤਖਤ ਸਾਹਿਬ ਤੇ ਜਾਂ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਣਾ ਚਾਹੀਦਾ। ਉਦੋਂ ਇਹ ਗੱਲ ਹੋਈ ਹੈ, ਔਨ ਰਿਕਾਰਡ ਹੈ ਗੱਲ ਕਿਤੇ? ਰਿਕਾਰਡ ਕੌੜਾ ਕਰਦਾ ਜੇ ਜਿਹਨਾਂ ਕਰਨਾ ਐਸਜੀਪੀਸੀ ਵਾਲੇ ਕਰਨਾ ਹੈ, ਕਿਉਂਕਿ ਇਹ ਗੱਲ ਬਹੁਤ ਵਾਰ ਬਾਹਰ ਨਹੀਂ ਆਈ ਕਿ ਭਿੰਡਰਾਂਵਾਲੇ ਇਸ ਗੱਲ ਲਈ ਸਹਿਮਤ ਸੀ ਕਿ ਅਸੀਂ ਅਕਾਲ ਤਖਤ ਤੋਂ ਚਲੇ ਜਾਂਦੇ ਹਾਂ ਇਸ ਥਾਂ ਤੋਂ। ਇਹ 'ਚ ਕੋਈ ਸ਼ੱਕ ਨਹੀਂ, ਇਹ ਸਹੀ ਗੱਲ ਹੈ। ਹਾਂ ਬਿਲਕੁਲ ਸਹੀ ਗੱਲ ਹੈ। ਕਿਉਂਕਿ ਅੱਜ ਤੱਕ ਇਹ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਿੰਡਰਾਂਵਾਲਿਆਂ ਦੇ ਉੱਥੇ ਹੋਣ ਕਰਕੇ ਹੀ ਅਟੈਕ ਹੋਇਆ। ਜੇ ਉੱਥੇ ਨਾ ਹੁੰਦੇ ਤਾਂ ਸ਼ਾਇਦ ਅਕਾਲ ਤਖਤ ਸਾਹਿਬ ਤੇ ਅਟੈਕ ਨਾ ਹੁੰਦਾ। ਉਹ ਨਹੀਂ ਚਾਹੁੰਦੇ ਤੇ ਅਟੈਕ ਹੋਵੇ, ਪਰ ਜਦੋਂ ਉਹਨਾਂ ਨੇ ਵੇਖਿਆ ਫੌਜਾਂ ਘੇਰਾ ਪੈ ਗਿਆ, ਸਭ ਕੁਝ ਹੋ ਗਿਆ, ਫਿਰ ਜਨਰਲ ਸਾਹਿਬ ਨੇ ਕਿਹਾ, ਉਹਨੇ ਆਖਿਆ ਸੰਤ ਜੀ ਇਹ ਸਭ ਕੁਝ ਹੋਣਾ। ਉਹ ਤੇ ਉਹਨੇ ਇਹ ਵੀ ਕਿਹਾ ਕਿ ਅਸੀਂ ਦਰਬਾਰ ਸਾਹਿਬ ਤੋਂ ਆਪਣਾ ਬੰਦੇ ਲੈ ਕੇ ਇੱਥੋਂ ਚਲੇ ਜਾਂਦੇ ਆ। ਕਿਹਨੇ ਕਿਹਾ? ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ। ਜਦੋਂ ਅਕਾਲ ਤਖਤ ਸਾਹਿਬ ਦੇ ਇਹਨਾਂ ਦੀ ਮੀਟਿੰਗ ਹੁੰਦੀ ਆ, ਪਰ ਅੱਜ ਕੱਲ ਐਲੀਗੇਸ਼ਨ ਇਹੀ ਨੇ ਅੱਜ ਤੱਕ ਕਿ ਜੇ ਭਿੰਡਰਾਂਵਾਲੇ ਉੱਥੇ ਨਾ ਹੁੰਦੇ ਤਾਂ ਸ਼ਾਇਦ ਇਹ ਅਟੈਕ ਨਾ ਹੁੰਦਾ। ਸੰਤਾਂ ਨੇ ਇਹੋ ਕਿਹਾ ਨਾ, ਮਿਲ ਗਏ ਅਸੀਂ ਇੱਥੋਂ ਲੈ ਕੇ ਜਾਂਦੇ ਹਾਂ। ਜਨਰਲ ਸਾਹਿਬ ਨੇ ਕਿਹਾ ਵੀ ਸੰਤ ਜੀ ਇੱਥੇ ਲੜਾਈ ਹੋਣੀ ਹੈ, ਸਭ ਕੁਝ ਹੋਣਾ ਹੈ ਤੇ ਇਹ ਪੱਕਾ ਆ ਕਿ ਅਸੀਂ ਇੱਥੋਂ ਚੱਲ ਜਾਂਦੇ ਹਾਂ, ਦਰਬਾਰ ਸਾਹਿਬ ਅਟੈਕ ਨਹੀਂ ਹੋਣਾ ਚਾਹੀਦਾ। ਭਾਈ ਨੇ ਕਿਹਾ ਆਪਣੇ ਸੰਤ ਜੀ ਇਹ ਸਭ ਕੁਝ ਹੋਣਾ।
ਠੀਕ ਹੈ ਨਹੀਂ, ਸੰਤਾਂ ਨੇ ਆਖਿਆ ਅਸੀਂ ਚਲੇ ਜਾਣੇ, ਅਟੈਕ ਨਹੀਂ ਹੋਣਾ ਚਾਹੀਦਾ। ਐਂਡਿੰਗ ਟਾਈਮ ਸੀਗਾ ਜਿਹੜਾ ਅੰਤਲਾ ਸਮਾਂ ਸੀ ਭਿੰਡਰਾਂ ਵਾਲਿਆਂ ਦਾ, ਹਾਂਜੀ ਉਸ ਵੇਲੇ ਦੋਨਾਂ ਦੀ ਮੁਲਾਕਾਤ ਹੁੰਦੀ ਰਹੀ ਹੈ। ਉਹਨਾਂ 3-4 ਥੋੜੇ ਦਿਨ ਪਹਿਲਾਂ ਹੋਈ ਆ ਅਕਾਲ ਤਖਤ ਸਾਹਿਬ ਤੇ, ਜਦੋਂ ਇਹਨਾਂ ਦੀ ਮੀਟਿੰਗ ਹੋਈ ਆ ਕਿ ਆਪਾਂ ਇੱਥੋਂ ਛੱਡ ਜਾਂਦੇ ਆ ਤੇ ਅਕਾਲ ਤਖਤ ਸਾਹਿਬ ਤੇ ਜਾਂ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਣਾ ਚਾਹੀਦਾ। ਉਦੋਂ ਇਹ ਗੱਲ ਹੋਈ ਹੈ, ਔਨ ਰਿਕਾਰਡ ਹੈ ਗੱਲ ਕਿਤੇ? ਰਿਕਾਰਡ ਕੌੜਾ ਕਰਦਾ ਜੇ ਜਿਹਨਾਂ ਕਰਨਾ ਐਸਜੀਪੀਸੀ ਵਾਲੇ ਕਰਨਾ ਹੈ, ਕਿਉਂਕਿ ਇਹ ਗੱਲ ਬਹੁਤ ਵਾਰ ਬਾਹਰ ਨਹੀਂ ਆਈ ਕਿ ਭਿੰਡਰਾਂ ਵਾਲੇ ਇਸ ਗੱਲ ਲਈ ਸਹਿਮਤ ਸੀ ਕਿ ਅਸੀਂ ਅਕਾਲ ਤਖਤ ਤੋਂ ਚਲੇ ਜਾਂਦੇ ਹਾਂ ਇਸ ਥਾਂ ਤੋਂ। ਇਹ 'ਚ ਕੋਈ ਸ਼ੱਕ ਨਹੀਂ, ਇਹ ਸਹੀ ਗੱਲ ਹੈ। ਹਾਂ ਬਿਲਕੁਲ ਸਹੀ ਗੱਲ ਹੈ। ਕਿਉਂਕਿ ਅੱਜ ਤੱਕ ਇਹ ਪ੍ਰਚਾਰ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਿੰਡਰਾਂ ਵਾਲਿਆਂ ਦੇ ਉੱਥੇ ਹੋਣ ਕਰਕੇ ਹੀ ਅਟੈਕ ਹੋਇਆ। ਜੇ ਉੱਥੇ ਨਾ ਹੁੰਦੇ ਤਾਂ ਸ਼ਾਇਦ ਅਕਾਲ ਤਖਤ ਸਾਹਿਬ ਤੇ ਅਟੈਕ ਨਾ ਹੁੰਦਾ। ਉਹ ਨਹੀਂ ਚਾਹੁੰਦੇ ਤੇ ਅਟੈਕ ਹੋਵੇ, ਪਰ ਜਦੋਂ ਉਹਨਾਂ ਨੇ ਵੇਖਿਆ ਫੌਜਾਂ ਘੇਰਾ ਪੈ ਗਿਆ, ਸਭ ਕੁਝ ਹੋ ਗਿਆ, ਫਿਰ ਜਨਰਲ ਸਾਹਿਬ ਨੇ ਕਿਹਾ, ਉਹਨੇ ਆਖਿਆ ਸੰਤ ਜੀ ਇਹ ਸਭ ਕੁਝ ਹੋਣਾ। ਉਹ ਤੇ ਇਹ ਵੀ ਨਾ, ਉਹਨੇ ਇਹ ਵੀ ਕਿਹਾ ਕਿ ਅਸੀਂ ਦਰਬਾਰ ਸਾਹਿਬ ਤੋਂ ਆਪਣਾ ਬੰਦੇ ਲੈ ਕੇ ਇੱਥੋਂ ਚਲੇ ਜਾਂਦੇ ਆ। ਕਿਹਨੇ ਕਿਹਾ? ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਦੋਂ ਅਕਾਲ ਤਖਤ ਸਾਹਿਬ ਦੇ ਇਹਨਾਂ ਦੀ ਮੀਟਿੰਗ ਹੁੰਦੀ ਆ। ਪਰ ਅੱਜ ਕੱਲ ਐਲੀਗੇਸ਼ਨ ਇਹੀ ਨੇ ਅੱਜ ਤੱਕ ਕਿ ਜੇ ਭਿੰਡਰਾਂ ਵਾਲੇ ਉੱਥੇ ਨਾ ਹੁੰਦੇ ਤਾਂ ਸ਼ਾਇਦ ਅਟੈਕ ਨਾ ਹੁੰਦਾ। ਸੰਤਾਂ ਨੇ ਇਹੋ ਕਿਹਾ ਨਾ, ਮਿਲ ਕੇ ਅਸੀਂ ਇੱਥੋਂ ਲੈ ਕੇ ਜਾਂਦੇ ਆ। ਜਨਰਲ ਸਾਹਿਬ ਨੇ ਕਿਹਾ ਵੀ ਸੰਤ ਜੀ ਇੱਥੇ ਲੜਾਈ ਹੋਣੀ ਹੈ, ਸਭ ਕੁਝ ਹੋਣਾ ਹੈ ਤੇ ਇਹ ਪੱਕਾ ਆ ਕਿ ਅਸੀਂ ਇੱਥੋਂ ਚੱਲ ਜਾਂਦੇ ਆ, ਦਰਬਾਰ ਸਾਹਿਬ ਦਾ ਅਟੈਕ ਨਹੀਂ ਹੋਣਾ ਚਾਹੀਦਾ। ਭਾਈ ਨੇ ਕਿਹਾ ਇਹ ਆਪਣੇ ਸੰਤ ਜੀ ਇਹ ਸਭ ਕੁਝ ਹੋਣਾ, ਠੀਕ ਹੈ ਨਹੀਂ, ਸੰਤਾਂ ਨੇ ਆਖਿਆ ਅਸੀਂ ਚਲੇ ਜਾਣੇ, ਅਟੈਕ ਨਹੀਂ ਹੋਣਾ ਚਾਹੀਦਾ। ਐਂਡਿੰਗ ਟਾਈਮ ਸੀ, ਮਨਜ਼ੂਰ ਕਰ ਲਵੋ ਅੱਠੀ ਪੈਰੀ। ਤਾਂ ਜਨਰਲ ਸ਼ਵੇਕ ਸਿੰਘ ਦੇ ਭਰਾ ਜੋ ਹੈਗੇ ਨੇ ਬਿਆਨ ਸਿੰਘ, ਉਹਨਾਂ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਉੱਥੇ ਉਸ ਸਮੇਂ ਮੀਟਿੰਗ ਹੋਈ ਸੀ ਤਾਂ ਉਸ ਦੇ ਵਿੱਚ ਜਰਨੈਲ ਸਿੰਘ ਭਿੰਡਰਾਂ ਵਾਲੇ ਹੋਰਾਂ ਦੇ ਵੱਲੋਂ ਕਿਹਾ ਗਿਆ ਤੇ ਇਹ ਕਿਹਾ ਗਿਆ ਕਿ ਅਸੀਂ ਇੱਥੋਂ ਆਪਣੇ ਜਿਹੜੇ ਸਾਥੀ ਨੇ ਉਹਨਾਂ ਨੂੰ ਲੈ ਕੇ ਚਲੇ ਜਾਂਦੇ ਆ। ਸ਼ਵੇਕ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਇੱਥੇ ਜਿਹੜੀ ਇਹ ਸਥਿਤੀ ਬਣੇਗੀ ਔਰ ਇਸ ਤਰੀਕੇ ਨਾਲ ਅਟੈਕ ਹੋ ਸਕਦਾ ਹੈ ਤੇ ਜਰਨੈਲ ਸਿੰਘ ਭਿੰਡਰਾਂ ਵਾਲੇ ਉੱਥੋਂ ਨਿਕਲਣਾ ਚਾਹੁੰਦੇ ਸੀ, ਉੱਥੋਂ ਜਾਣਾ ਚਾਹੁੰਦੇ ਸੀ। ਹੁਣ ਸਵਾਲ ਇਹ ਵੀ ਹੈ ਕਿ ਹੁਣ ਤੱਕ ਇਹ ਗੱਲ ਨਿਕਲ ਕੇ ਸਾਹਮਣੇ ਕਿਉਂ ਨਹੀਂ ਆਈ, ਕਿਉਂਕਿ ਆਮ ਤੌਰ ਤੇ 39 ਸਾਲ ਹੋ ਗਏ ਨੇ ਔਰ ਆਮ ਤੌਰ ਤੇ ਗੱਲ ਨਹੀਂ ਸੁਣੀ ਗਈ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਹੋਰਾਂ ਨੇ ਕਿਹਾ ਹੋਵੇ ਕਿ ਅਸੀਂ ਉੱਥੋਂ ਨਿਕਲਣਾ ਚਾਹੁੰਦੇ ਹਾਂ ਜਾਂ ਫਿਰ ਉੱਥੋਂ ਨਿਕਲਣਾ ਚਾਹੁੰਦੇ ਸੀ ਉਹ। ਤਾਂ ਸਵਾਲ ਹੀ ਹੈ ਕਿ 39 ਸਾਲ ਤੱਕ ਇਹ ਗੱਲ ਕਿਉਂ ਸਾਹਮਣੇ ਨਹੀਂ ਆਈ। ਤਾਂ ਇਸ ਦੇ ਉੱਤੇ ਵੀ ਬਿਆਨ ਸਿੰਘ ਜੋ ਕਿ ਜਨਰਲ ਸ਼ਵੇਕ ਸਿੰਘ ਦੇ ਭਰਾ ਨੇ, ਉਹਨਾਂ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਇਹ ਕੰਮ ਵੀ ਕਿਤੇ ਨਾ ਕਿਤੇ ਐਸਜੀਪੀਸੀ ਦਾ ਸੀ, ਇਹ ਪ੍ਰਚਾਰਿਆ ਜਾਣਾ ਚਾਹੀਦਾ ਸੀ। ਕਿਉਂਕਿ ਜੋ ਸਵਾਲ ਪੁੱਛਿਆ ਗਿਆ ਉਸ ਦੇ ਵਿੱਚ ਜ਼ਿਕਰ ਸੀ ਕਿ ਇਲਜ਼ਾਮ ਲੱਗਦੇ ਰਹੇ ਨੇ, ਜਨਰਲ ਸ਼ਵੇਕ ਸਿੰਘ ਉੱਥੇ ਸੀ, ਇਲਜ਼ਾਮ ਲੱਗਦੇ ਰਹੇ ਨੇ, ਇੱਕ ਗੱਲ ਕਹੀ ਜਾਂਦੀ ਰਹੀ ਹੈ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਜੇਕਰ ਅਕਾਲ ਤਖਤ ਤੇ ਨਾ ਹੁੰਦੇ ਜਾਂ ਫਿਰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਨਾ ਹੁੰਦੇ ਤਾਂ ਉੱਥੇ ਇਸ ਤਰੀਕੇ ਦੀ ਸਥਿਤੀ ਨਾ ਬਣਦੀ। रुक करते हैं इस समय साडे नाल एसजीपीसी के जनरल ਸਕੱਤਰ जुड़ रहे हैं गुरचरण सिंह गरेवाल जी। गरेवाल साहब होपफुली तुसी बयान सुनिया होवेगा बयान सिंह जी दा जिहड़े जनरल शवेक सिंह दे भरा ने, सके भरा ने ਉਹ ਤੇ ਉਹਨਾਂ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਉਸ ਸਮੇਂ ਜਦੋਂ ਆਪਰੇਸ਼ਨ ਬਲੂ ਸਟਾਰ ਹੋ ਰਿਹਾ ਸੀ, ਬਿਲਕੁਲ ਇਨੀਸ਼ੀਅਲ ਸਟੇਜ ਦੇ ਉੱਤੇ ਸੀ, ਬਾਹਰ ਆਰਮੀ ਵੀ ਪਹੁੰਚ ਚੁੱਕੀ ਸੀ, ਤਾਂ ਉਸ ਸਮੇਂ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਹਰ ਆਉਣਾ ਚਾਹੁੰਦੇ ਸੀ। ਉਹ ਚਾਹੁੰਦੇ ਸੀ ਕਿ ਮੈਂ ਅਕਾਲ ਤਖਤ ਛੱਡ ਕੇ ਉੱਥੋਂ ਚਲਿਆ ਜਾਵਾਂ। ਤੁਹਾਡਾ ਫਸਟ ਰਿਐਕਸ਼ਨ ਇਸ ਦੇ ਉੱਤੇ? ਦੇਖੋ, ਜਨਰਲ ਸ਼ਵੇਕ ਸਿੰਘ ਦਾ ਪਰਿਵਾਰ ਹੈ ਜੋ ਉਹਨਾਂ ਦੇ ਭਰਾਤਾ ਨੇ, ਮੇਰੇ ਲਈ ਸਤਿਕਾਰਯੋਗ ਨੇ ਜੀ। ਮੈਂ ਇਹ ਚਾਹਾਂਗਾ ਕਿ ਉਹ ਕਿਸੇ ਤਰ੍ਹਾਂ ਦੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਬਾਰੇ ਦੁੱਧਾ ਦੀ ਨਾ ਕ੍ਰੀਏਟ ਕਰਨ। ਮੈਂ ਜਿੰਨੀ ਕੁ ਜਾਣਕਾਰੀ ਰੱਖਦਾ, ਕਿਉਂਕਿ ਮੈਂ ਉਸ ਸਮੇਂ ਦਾ ਗਵਾਹ ਹਾਂ, ਜਿਹੜੀ 3 ਤਰੀਕ ਸ਼ਾਮ ਦੇ ਟਾਈਮ ਅਕਾਲ ਤਖਤ ਸਾਹਿਬ ਤੇ ਮੈਂ ਸੰਤਾਂ ਦੇ ਦਰਸ਼ਨ ਕੀਤੇ ਆ ਤੇ ਉਹਨਾਂ ਦਾ ਜਿਹੜਾ ਉਸ ਸਮੇਂ ਦੀ ਜਿਹੜੀ ਉਹਨਾਂ ਦੀ ਬੋਡੀ ਲੈਂਗੁਏਜ ਸੀ ਉਹ ਦੇਖੀ ਆ। ਉਸ 3 ਤਰੀਕ ਵਾਲੇ ਦਿਨ ਜਿਹੜੇ ਕਿ ਜਦੋਂ ਕਿ ਫੌਜ ਨੇ ਮੋਰਚੇ ਸਾਂਭ ਲਏ ਸੀ ਤੇ ਸਾਰੇ ਕੰਪਲੈਕਸ ਦੇ ਵਿੱਚ ਜਰਨਲ ਸ਼ਵੇਕ ਸਿੰਘ ਖੁਦ ਮੋਰਚਾਬੰਦੀ ਕਰ ਰਹੇ ਸੀ। ਤੇ ਜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਇਹ ਗੱਲ ਮੈਂ ਮੰਨਦਾ ਹਾਂ ਕਿ ਸੰਤ ਨਹੀਂ ਸਨ ਚਾਹੁੰਦੇ ਕਿ ਜਿਹੜਾ ਹਮਲਾ ਵਾ ਉਹ ਕੋਈ ਇਸ ਤਰ੍ਹਾਂ ਦਾ ਹੋਵੇ ਕਿ ਅਕਾਲ ਤਖਤ ਨੂੰ ਤਾਂ ਜਾਂ ਦਰਬਾਰ ਸਾਹਿਬ ਦੇ ਗੋਲੀਆਂ ਨਾਲ ਵਿੰਨਿਆ ਜਾਵੇ ਜਾਂ ਸਿੱਖਾਂ ਦਾ ਕਤਲੇਆਮ ਕੀਤਾ ਜਾਵੇ। ਪਰ ਇੱਕ ਗੱਲ ਮੰਨਣੀ ਪਏਗੀ, ਕਿਉਂਕਿ ਤੁਹਾਨੂੰ ਮੈਨੂੰ ਸਮਾਂ ਦੇਣਾ ਪਏਗਾ, ਗੱਲ ਤੁਸੀਂ ਜਿਹੜੀ ਕੀਤੀ ਆ ਇਸ ਗੱਲ ਨੂੰ ਮੈਨੂੰ ਪੂਰੀ ਕਰ ਲੈਂਦੇ ਹੋ। ਕਿਉਂਕਿ ਇਸ ਦੇ ਬਾਰੇ 'ਚ ਜਿਹੜੇ ਸ਼ਾਇਦ ਮੈਂ ਭੁੱਲਦਾ ਨਾ ਹੋਵਾਂ ਕਿ ਕੇ ਸੁੰਦਰ ਜੀ ਸਾਡੇ ਜਰਨਲ ਰਹੇ ਨੇ, ਉਹਨਾਂ ਦੀ ਕਿਤਾਬ ਵਿੱਚ ਇਹ ਲਿਖਿਆ ਗਿਆ ਕਿ 18 ਮਹੀਨੇ ਪਹਿਲਾਂ ਦਰਬਾਰ ਸਾਹਿਬ ਤੇ ਹਮਲੇ ਦੀ ਮਸ਼ਕ ਜਿਹੜੀ ਉਹ ਕੀਤੀ ਜਾ ਚੁੱਕੀ ਜੀ। ਬਿਲਕੁਲ ਕਿਸੇ ਤਰ੍ਹਾਂ ਦੀ ਲੋੜ ਨਹੀਂ ਸੀ ਕਿ ਟੈਂਕ ਤੋਂ ਵਿਚਾੜੇ ਜਾਣ, ਇੱਥੇ ਅੰਦਰ ਵੜ ਕੇ ਇਹ ਕੁਛ ਕੀਤਾ ਜਾਵੇ। ਬਹੁਤ ਸਾਰੇ ਹੱਲ ਤੇ ਬੜੇ ਤਰ੍ਹਾਂ ਦੇ ਤਰੀਕੇ ਸਨ, ਪਰ
ਸੰਤਾਂ ਨੇ ਇਹ ਗੱਲ ਕਹਿਤੀ ਸੀ ਕਿ ਜੇ ਹਮਲਾ ਹੁੰਦਾ, ਕਿਉਂਕਿ ਸੰਤਾਂ ਦੀ ਜਿਹੜੀ ਸ਼ਖਸੀਅਤ ਹੈ ਉਹਦੇ ਵਿੱਚ ਦੋ ਸ਼ਬਦ ਨੇ, ਇਸ ਕਰਕੇ 38 ਸਾਲ ਤੋਂ ਬਾਅਦ ਅੱਜ ਵੀ ਉਹਨਾਂ ਦੀ ਗੱਲ ਨੂੰ ਮਿਟਾਇਆ ਨਹੀਂ ਜਾ ਰਿਹਾ, ਉਹਨਾਂ ਦੀ ਗੱਲ ਜਿਉਂਦੀ ਤਿਉਂ ਆ। ਉਹ ਕਹਿਣੀ ਜੋ ਕਹਿੰਦੇ ਸੀ ਉਹ ਕਰਦੇ ਸੀ। ਇੱਥੇ ਇਹ ਗੱਲ ਵੇਖਣ ਵਾਲੀ ਹੈ ਕਿ ਸੰਤਾਂ ਨੇ ਜਦੋਂ ਇਹ ਕਹਿਤਾ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਮੇਰੇ ਉੱਪਰ ਦੀ ਟੈਂਕ ਲੰਘ ਕੇ ਜਾਣਗੇ, ਮੇਰੀ ਲਾਸ਼ ਉੱਤੋਂ ਦੀ ਜਾਣਗੇ, ਉਹ ਉਹਨਾਂ ਦਾ ਬਚਨ ਅਟਲ ਸੀ। ਤੋ ਸਵੇਗ ਸਿੰਘ ਜੀ ਦੇ ਭਰਾਤਾ ਜੀ ਇਹ ਗੱਲ ਨਾ ਕਰਨ, ਕਿਉਂਕਿ ਇਸ ਗੱਲ ਨਾਲ ਉਹਨਾਂ ਦੇ ਭਰਾ ਦੀ ਕੀਤੀ ਜਿਹੜੀ ਉਸ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਕਾਰਗੁਜ਼ਾਰੀ ਉਹ ਤੇ ਪ੍ਰਸ਼ਨ ਚ ਲੱਗ ਜਾਏਗਾ। ਮੈਂ ਨਹੀਂ ਸਮਝਦਾ ਕਿ ਭਰਾ ਦੇ ਵਾਸਤੇ ਇਸ ਤਰ੍ਹਾਂ ਦੀ ਗੱਲ ਕਰਨ। ਇਹ ਜੇ ਨਹੀਂ ਸਨ ਉੱਥੇ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਉੱਥੋਂ ਦਾ ਗਵਾਹ ਹਾਂ ਕਿ ਉੱਥੇ ਜਿਹੜੀਆਂ ਮੋਰਚਾਬੰਦੀ ਕੀਤੀ ਗਈ, ਸਾਰਾ ਕੁਝ ਕੀਤਾ ਗਿਆ, ਬਹੁਤ ਵੱਡੀ ਪੱਧਰ ਤੇ ਕੀਤਾ ਗਿਆ। ਉਸ ਦੇ ਵਿੱਚ ਜਨਰਲ ਸੁਮੇਧ ਸਿੰਘ ਜੀ ਦੀ ਕਮਾਂਡ ਪੂਰੀ ਮਜ਼ਬੂਤ ਸੀ। ਆਖਰੀ ਦਿਨ ਜਿਹੜਾ 3 ਤਰੀਕ ਹੈ ਉਦੋਂ ਗੋਲ ਪੱਗ ਬੰਨੀ ਹੋਈ ਸੀ ਉਹਨਾਂ ਦੇ, ਅਕਸਰ ਉਹ ਟੋ ਵਾਲੀ ਪੱਗ ਬੰਨ੍ਹਦੇ ਸੀ। ਤੇ ਜਦੋਂ ਮੋਰਚੇ ਦੇ ਵਿੱਚ ਲੋਕ ਜਾਂਦੇ ਸਨ ਤੇ ਉਹਨਾਂ ਨੂੰ ਉਹ ਜੰਗੀ ਹਮਲੇ ਦੇ ਬਾਰੇ ਜਾਣਕਾਰੀ ਦਿੰਦੇ ਸਨ, ਉਹਨੂੰ ਟਾਕਰੇ ਦੀ ਜਾਣਕਾਰੀ ਦਿੰਦੇ ਸਨ। ਇਹ ਬਹੁਤ ਦਿਨ ਪਹਿਲਾਂ ਦੀਆਂ ਇਹ ਸਾਰੀਆਂ ਗੱਲਾਂ ਸੀ। ਅਕਾਲ ਤਖਤ ਸਾਹਿਬ ਦੇ ਬਾਰੇ ਦੇ ਵਿੱਚ ਜੈਸੇ ਕਿ ਨਾ ਸੰਤ ਕਦੇ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦੀ ਢਾਟ ਹੋਈ ਹੋਵੇ ਜਾਂ ਜਿਹੜੇ ਸ਼ਰਧਾਲੂਆਂ ਨੂੰ ਉਹ ਮੌਤ ਦੇ ਘਾਟ ਉਤਾਰਿਆ ਜਾਵੇ, ਇਹ ਹਾਲਾਤ ਬਣ, ਉਹ ਨਹੀਂ ਸੀ ਚਾਹੁੰਦੇ। ਪਰ ਮੈਂ ਇਹ ਗੱਲ ਕਲੀਅਰ ਕਰਦਾ ਕਿ ਉਹਨਾਂ ਦੇ ਅੰਦਰ 3 ਤਰੀਕ ਰਾਤ ਨੂੰ ਮੈਂ ਉਹਨਾਂ ਦੇ ਦਰਸ਼ਨ ਕੀਤੇ ਆ, ਨੇੜੇ ਹੋ ਕੇ ਕੀਤੇ ਆ। ਉੱਥੋਂ ਦਾ ਮਾਹੌਲ ਕੀ ਸੀ ਮੈਂ ਅੱਗੇ ਵੀ ਦੱਸ ਚੁੱਕਿਆ। ਉਹਨਾਂ ਦੇ ਮਨ ਦੇ ਵਿੱਚ ਅਡੋਲਤਾ, ਸ਼ਾਂਤੀ ਸੀ ਪੂਰੀ। ਗੁਰੂ ਦਾ ਓਟ ਆਸਰਾ ਸੀ, ਕੋਈ ਘਬਰਾਹਟ ਨਹੀਂ ਸੀ, ਕੋਈ ਇਸ ਤਰ੍ਹਾਂ ਦਾ ਫੈਸਲਾ ਨਹੀਂ ਸੀ। ਯੋਜਨਾਬੰਦੀ ਦੇ ਵਿੱਚ ਉਹ ਸ਼ਾਮਿਲ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਹੋਣ ਜਾ ਰਿਹਾ। ਸੋ ਇਹ ਗੱਲ ਜਿਹੜੀ ਕੀਤੀ ਜਾ ਰਹੀ ਹੈ ਉਹਨਾਂ ਦੇ ਭਰਾਤਾ ਵੱਲੋਂ, ਮੈਨੂੰ ਨਹੀਂ ਪਤਾ ਉਹ ਕਿਸ ਸੰਦਰਭ ਵਿੱਚ ਕਰ ਰਹੇ ਨੇ, ਪਰ ਇਸ ਗੱਲ ਕਰਨ ਦੇ ਨਾਲ ਉਹ ਆਪਣੇ ਭਰਾ ਦੀ ਕੀਤੀ ਕੁਰਬਾਨੀ ਤੇ ਵੀ ਸਵਾਲੀਆ ਚਿੰਨ੍ਹ ਖੜਾ ਕਰ ਰਹੇ ਨੇ। ਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬਿਲਕੁਲ ਇਹਨਾਂ ਦਾ ਵਚਨ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਤਾਂ ਜਿਹੜੇ ਟੈਂਕ ਤੋਪ ਜਾਂ ਮੇਰੀ ਲਾਸ਼ ਦੇ ਉੱਤੋਂ ਦੀ ਲੰਘ ਕੇ ਜਾਣਗੇ। ਇਸ ਕਰਕੇ ਉਹਨਾਂ ਦਾ ਬਾਹਰ ਜਾਣ ਦਾ ਮੈਂ ਨਹੀਂ ਸਮਝਦਾ ਕਿ ਉਹਨਾਂ ਨੇ ਨਾਲ ਦੇ ਸਿੰਘਾਂ ਨੂੰ ਭੇਜਿਆ, ਉਹਨਾਂ ਨੇ ਕਿਹਾ ਵੀ ਤੁਸੀਂ ਜਾਓ, ਬਹੁਤ ਸਾਰੇ ਸਿੰਘਾਂ ਨੂੰ ਭੇਜਿਆ ਗਿਆ, ਇਹ ਗੱਲ ਦਾ ਸਬੂਤ ਹੈ। ਸੋ ਇਸ ਕਰਕੇ ਮੈਂ ਇਸ ਗੱਲ ਨਾਲ ਕਿਸੇ ਵੀ ਤਰ੍ਹਾਂ ਮੈਂ ਗਰੇਵਾਲ ਸਾਹਿਬ ਦੋ ਚੀਜ਼ਾਂ ਤੁਹਾਡੇ ਤੋਂ ਸਮਝਣੀਆਂ ਚਾਹੁੰਦਾ। ਇੱਕ ਤਾਂ ਤੁਸੀਂ ਕਿ ਅੱਜ ਤੋਂ ਪਹਿਲਾਂ ਇਹ ਗੱਲ ਬਿਆਨ ਸਿੰਘ ਜਾਂ ਜਨਰਲ ਸੁਬੇਗ ਸਿੰਘ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਤੋਂ ਸੁਣੀ ਅੱਜ ਤੱਕ ਇਹ ਗੱਲ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਬਾਹਰ ਆਉਣਾ ਚਾਹੁੰਦੇ ਸੀ, ਅਕਾਲ ਤਖਤ ਨੂੰ ਛੱਡਣਾ ਚਾਹੁੰਦੇ ਸੀ? ਦੇਖੋ ਮੈਂ ਤੁਹਾਨੂੰ ਅੱਜ ਤੱਕ ਇਹ ਗੱਲ ਨਹੀਂ ਹੋਈ ਜੀ, ਤੇ ਕਿਸੇ ਵੀ ਤਰ੍ਹਾਂ ਸੰਤ ਇਸ ਪ੍ਰਿੰਸਿਸ ਨੂੰ ਛੱਡ ਕੇ ਨਹੀਂ ਸੀ ਜਾ ਸਕਦੇ, ਨਾ ਹੀ ਉਹਨਾਂ ਨੇ ਜਾਣਾ ਸੀ। ਉਹਨਾਂ ਨੇ ਜਿਹੜੀ ਗੱਲ ਕਹਿਤੀ ਸੀ ਉੱਤੇ ਪੂਰਾ ਖਰੇ ਉਤਰੇ। ਉਹਨਾਂ ਨੇ ਸਿੰਘਾਂ ਨੂੰ ਜ਼ਰੂਰ ਭੇਜਿਆ ਕਿ ਤੁਸੀਂ ਜਾਓ, ਉਹਨਾਂ ਨੇ ਅਰਦਾਸ ਕੀਤੀ ਆ। ਜਨਰਲ ਸੁਬੇਗ ਸਿੰਘ ਹੋਣੀ ਭਾਵੇਂ 6 ਦੀ ਰਾਤ ਨੂੰ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਪਰ ਸ਼ਹੀਦ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਤੇ ਹੋਰ ਸਿੰਘ ਜਿਹੜੇ ਸੀ ਉਹਨਾਂ ਨੇ ਅਰਦਾਸ ਕੀਤੀ ਆ ਕਿ ਅਸੀਂ ਸ਼ਹਾਦਤ ਨੂੰ ਪ੍ਰਾਪਤ ਹੋਣਾ। ਮੈਂ ਇਹ ਗੱਲ ਫੇਰ ਕਹਿ ਦਿੰਦਾ ਕਿ ਬਹੁਤ ਸਾਰੇ ਲੋਕ ਜਿਹੜੇ ਆ, ਭਾਵੇਂ ਸੰਤਾਂ ਨੇ ਬਾਹਰ ਭੇਜੇ ਤੇ ਬਹੁਤ ਸਾਰੇ ਸੰਘਰਸ਼ੀ ਲੋਕ ਉੱਥੋਂ ਚਲੇ ਵੀ ਗਏ। ਇਹ ਗੱਲ ਪੱਕੀ ਆ ਕਿ ਸੰਤ ਜਾਣਾ ਚਾਹੁੰਦੇ ਤਾਂ ਜਾ ਸਕਦੇ ਸੀ, ਬਹੁਤ ਸਾਰੇ ਰਸਤੇ ਸਨ, ਪਰ ਉਹ ਇਸ ਗੱਲ ਦੇ ਲਈ ਕਿਤੇ ਵੀ ਰਾਜੀ ਨਹੀਂ ਹੋਏ। ਉਹਨਾਂ ਦੇ ਨਾਲ ਇਹ ਗੱਲ ਨੂੰ ਜੋੜ ਕੇ ਮੈਂ ਆਪਦੇ ਸ਼ਬਦ ਨਾਲ ਕਹਾਂ ਕਿ ਇਹ ਪਾਪ ਨਾ ਕਮਾਇਆ ਜਾਵੇ। ਮੈਂ ਗਰੇਵਾਲ ਸਾਹਿਬ ਤੁਸੀਂ ਜ਼ਿਕਰ ਕਰ ਰਹੇ ਹੋ ਕਿ 3 ਜੂਨ 1984 ਨੂੰ ਤੁਸੀਂ ਉਸ ਸਮੇਂ ਉੱਥੇ ਮੌਜੂਦ ਸੀ, ਉੱਥੋਂ ਆਏ ਹੋ ਤੁਸੀਂ। ਦੇਖੋ ਬਿਆਨ ਸਿੰਘ ਇਹ ਵੀ ਦਾਅਵਾ ਕਰ ਰਹੇ ਨੇ ਕਿ ਉਹ ਆਪਣੀ ਮਾਤਾ ਦੇ ਨਾਲ ਉੱਥੇ ਮੌਜੂਦ ਸਨ, ਇਸ ਕਰਕੇ ਉਹਨਾਂ ਨੂੰ ਇਹ ਗੱਲ ਪਤਾ ਹੈ। ਹੁਣ ਜਨਰਲ ਸੁਬੇਗ ਸਿੰਘ ਨੇ ਉਹਨਾਂ ਨੂੰ ਦੱਸੀ ਹੈ ਜਾਂ ਫਿਰ ਉਹਨਾਂ ਨੂੰ ਕਿਵੇਂ ਪਤਾ, ਇਹ ਵੀ ਇੱਕ ਸਵਾਲ ਜ਼ਰੂਰ ਹੈ। ਪਰ ਉਹ ਵੀ ਦਾਅਵਾ ਕਰ ਰਹੇ ਨੇ ਕਿ ਉੱਥੇ ਜਿਹੜੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਜ਼ਿਕਰ ਹੋਇਆ ਸੀ, ਉਹ ਚਾਹੁੰਦੇ ਸੀ ਕਿ ਠੀਕ ਹੈ ਮੈਂ ਅਕਾਲ ਤਖਤ ਛੱਡ ਕੇ ਚਲਿਆ ਜਾਵਾਂ ਤਾਂ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਨਾ ਹੋਵੇ। ਦਰਬਾਰ ਸਾਹਿਬ ਤੇ ਹਮਲੇ ਦੇ ਬਾਰੇ ਦੇ ਵਿੱਚ ਬਹੁਤ ਕੁਝ ਕਿਹਾ ਜਾ ਸਕਦਾ ਜੀ, ਪਰ ਸੰਤਾਂ ਦੀ ਉਸ ਗੱਲ ਨੂੰ ਅਸੀਂ ਝੂਠਾ ਨਹੀਂ ਕਰ ਸਕਦੇ। ਦਰਬਾਰ ਸਾਹਿਬ ਤੇ ਹਮਲੇ ਦੇ ਰੋਕ ਲਈ ਉਹ ਕੁਝ ਵੀ ਕਹਿ ਸਕਦੇ, ਪਰ ਦਰਬਾਰ ਸਾਹਿਬ ਤੋਂ ਬਾਹਰ ਜਾਣਾ ਉਹਨਾਂ ਦਾ ਫੈਸਲਾ ਨਹੀਂ ਸੀ। ਜੇ ਬਾਹਰ ਜਾਣ ਦਾ ਫੈਸਲਾ ਸੀ ਤੇ 3 ਤਰੀਕ ਨੂੰ ਜਨਰਲ ਸੁਬੇਗ ਸਿੰਘ ਮੋਰਚਾਬੰਦੀ ਕਿਉਂ ਕਰਵਾ ਰਹੇ ਸੀ ਜੀ? ਪਹਿਲਾਂ ਇਹਨਾਂ ਦੇ ਭਰਾਤਾਂ ਨੂੰ ਇਹ ਪੁੱਛਿਆ ਜਾਵੇ ਕਿ ਮੋਰਚਾਬੰਦੀ ਦੇ ਵਿੱਚ ਜੇ 3 ਤਰੀਕ ਨੂੰ ਉੱਥੇ ਸੀ, ਕੀ ਜਨਰਲ ਸੁਬੇਗ ਸਿੰਘ ਮੋਰਚੇ ਲਵਾ ਰਹੇ ਸੀ? ਕੀ ਉੱਥੇ ਬੋਰੀਆਂ ਲਾ ਕੇ ਮੋਰਚੇ ਲਾਏ ਜਾ ਰਹੇ ਸੀ? ਕੀ ਉੱਥੇ ਜਿਹੜੇ ਅੰਡਰਗਰਾਊਂਡ ਮੋਰਚੇ ਬਣਾਏ ਜਾ ਰਹੇ ਸੀ ਉਹ ਕਿਹਨੇ ਬਣਾਏ ਸੀ? ਕੀ ਉਹਨਾਂ ਦੀ ਦਿਸ਼ਾ ਨਿਰਦੇਸ਼ ਨਾਲ ਬਣੇ ਸੀ?
ਜੇ ਉਹ ਇਹ ਕੰਮ ਕਰ ਰਹੇ ਸੀ ਤੇ ਫਿਰ ਬਾਹਰ ਜਾਣ ਦਾ ਕਿੱਥੇ ਵਿਚਾਰ ਸੀ? ਫਿਰ ਉਹਨਾਂ ਨੂੰ ਮੋਰਚਾਬੰਦੀ ਕਿਉਂ ਕਰਨੀ ਪਈ? ਠੀਕ ਹੈ ਗਰੇਵਾਲ ਸਾਹਿਬ, ਨੈਕਸਟ ਪੁਆਇੰਟ, ਉਹ ਜ਼ਿਕਰ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ 39 ਸਾਲ ਤੱਕ ਇਹ ਗੱਲ ਕਿਉਂ ਨਹੀਂ ਪ੍ਰਚਾਰੀ ਗਈ, ਜਾਂ ਫਿਰ ਇਸ ਗੱਲ ਦਾ ਜ਼ਿਕਰ ਕਿਉਂ ਨਹੀਂ ਹੋਇਆ ਕਿ ਉਹ ਅਕਾਲ ਤਖਤ ਸਾਹਿਬ ਨੂੰ ਛੱਡ ਕੇ ਜਾਣਾ ਚਾਹੁੰਦੇ ਸੀ। ਹੁਣ ਤੁਸੀਂ ਇਸ ਨੂੰ ਅਲੱਗ ਐਂਗਲ ਨਾਲ ਦੇਖ ਰਹੇ ਹੋ। ਇੱਕ ਪਾਸੇ ਉਹ ਲੋਕ ਵੀ ਹੈਗੇ ਨੇ ਜਿਹੜੇ ਇਲਜ਼ਾਮ ਲਗਾਉਂਦੇ ਨੇ, ਜਿਹੜੇ ਕਹਿੰਦੇ ਨੇ ਕਿ ਜੇ ਉੱਥੇ ਜਰਨੈਲ ਸਿੰਘ ਭਿੰਡਰਾਂ ਵਾਲੇ ਨਾ ਹੁੰਦੇ ਤਾਂ ਉਹ ਹਮਲਾ ਨਾ ਹੁੰਦਾ। ਤੁਸੀਂ 18 ਮਹੀਨੇ ਪਹਿਲਾਂ ਵਾਲੀ ਗੱਲ ਦਾ ਵੀ ਜ਼ਿਕਰ ਕਰ ਦਿੱਤਾ। ਤਾਂ ਬਿਆਨ ਸਿੰਘ, ਜਨਰਲ ਸ਼ਵੇਕ ਸਿੰਘ ਦੇ ਭਰਾ ਇਹ ਵੀ ਕਹਿੰਦੇ ਨੇ ਕਿ ਤਾਂ ਐਸਜੀਪੀਸੀ ਨੇ ਪ੍ਰਚਾਰਨਾ ਸੀ, ਐਸਜੀਪੀਸੀ ਨੇ ਗੱਲ ਰੱਖਣੀ ਸੀ। ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਕੋਈ ਰਿਕਾਰਡ ਹੈ, ਕਹਿੰਦੇ ਇਹ ਕੰਮ ਤਾਂ ਐਸਜੀਪੀਸੀ ਦਾ ਸੀ, ਉਹਨਾਂ ਨੇ ਕਰਨਾ ਸੀ। ਇਹ ਮਤਲਬ ਇੱਕ ਕੁਐਸਚਨ ਮਾਰਕ ਐਸਜੀਪੀਸੀ ਦੇ ਉੱਤੇ ਉਹ ਖੜਾ ਕਰ ਗਏ ਕਿ ਐਸਜੀਪੀਸੀ ਨੇ ਉਹ ਜ਼ਿਕਰ ਨਹੀਂ ਹੋਣ ਦਿੱਤਾ ਜਾਂ ਨਹੀਂ ਕੀਤਾ। ਨਹੀਂ ਜੀ, ਨਹੀਂ, ਐਸਜੀਪੀਸੀ ਦਾ ਤਾਂ ਕੀ ਸੰਬੰਧ ਸੀ? ਜਿਹੜੀਆਂ ਇੰਟੈਲੀਜੈਂਸ ਸੀਗੀ, ਇੰਟੈਲੀਜੈਂਸ ਇੱਥੇ ਸਾਡੇ ਵਿੱਚ ਘੁੰਮ ਫਿਰ ਰਹੀ ਸੀ। ਹਰ ਗੱਲ ਤੇ ਕਿਸੇ ਨਾ ਕਿਸੇ ਢੰਗ ਨਾਲ ਸੰਤਾਂ ਦੇ ਨਾਲ ਉਹਨਾਂ ਦਾ ਸੰਪਰਕ ਹੋ ਰਿਹਾ ਸੀ। ਕੀ ਉਹ ਇੰਟੈਲੀਜੈਂਸ ਸਿੱਧੇ ਤੌਰ ਤੇ ਕੀ ਸੰਤਾਂ ਦੇ ਪਹੁੰਚ ਨਹੀਂ ਸੀ ਕਰ ਰਹੀ? ਕਿਸੇ ਤਰ੍ਹਾਂ ਦੇ ਪੱਤਰਕਾਰਾਂ ਨੂੰ ਭੇਜਦੇ ਸੀ, ਕਦੇ ਕਿਸੇ ਨੂੰ ਭੇਜਦੇ ਸੀ, ਕਦੇ ਕੋਈ ਸੰਤ ਮਹਾਂਪੁਰਸ਼ ਭੇਜਦੇ ਸੀ। ਇਹ ਬਹੁਤ ਸਾਰਾ ਗੱਲ ਰਾਬਤਾ ਉਹਨਾਂ ਦਾ ਸਿੱਧਾ ਸੀ। ਸੰਤਾਂ ਨੂੰ ਇਸ ਤਰ੍ਹਾਂ ਦੇ ਵਗੜਾਇਆ ਨਹੀਂ ਸੀ ਜਾ ਸਕਦਾ। ਇਹ ਗੱਲ ਗਲਤ ਹੈ ਉਹਨਾਂ ਦੀ ਕਿ ਐਸਜੀਪੀਸੀ ਦੇਖੋ ਆਖਰੀ ਟਾਈਮ ਦੇ ਵਿੱਚ, ਆਖਰੀ ਸਮੇਂ ਦੇ ਵਿੱਚ ਜੀ ਸੰਤਾਂ ਵੱਲੋਂ ਜਦੋਂ ਅਕਾਲ ਤਖਤ ਸਾਹਿਬ ਤੇ ਗਏ ਆ, ਉਹ ਇਸ ਕਰਕੇ ਗਏ ਸੀ ਕਿ ਅੰਦਰ ਪ੍ਰਿੰਸਿਸ ਦੇ ਅੰਦਰ ਕੁਝ ਕੰਟਰੈਕਟ ਬਣ ਰਹੇ ਸੀ। ਜਿਹੜਾ ਜਿੱਥੇ ਸੰਤਾਂ ਦੀ ਰਿਹਾਇਸ਼ ਸੀ ਉੱਥੇ ਅਕਾਲੀ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਲੋਕਾਂ ਨਾਲ ਉਹਨਾਂ ਦੇ ਵਿਚਾਰ ਜਿਹੜੇ ਆ ਉਹ ਨਹੀਂ ਸੀ ਮਿਲਦੇ। ਉਹ ਨਹੀਂ ਸੀ ਚਾਹੁੰਦੇ ਕਿ ਦਰਬਾਰ ਸਾਹਿਬ ਦੇ ਅੰਦਰ ਕਿਸੇ ਤਰ੍ਹਾਂ ਦਾ ਸਾਡਾ ਆਪਸੀ ਟਕਰਾਅ ਪੈਦਾ ਹੋਵੇ। ਉਹਦੇ 'ਚ ਕੁਝ ਸੰਸਥਾਵਾਂ ਸੀ ਜਿਨ੍ਹਾਂ ਨਾਲ ਟਕਰਾਅ ਜ਼ਰੂਰ ਪੈਦਾ ਹੋਇਆ, ਪਰ ਸੰਤ ਇਸ ਗੱਲ ਨੂੰ ਪੂਰਨ ਤੌਰ ਤੇ ਅਵੋਇਡ ਕਰਦੇ ਸੀ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਇੱਥੇ ਟਕਰਾਅ ਪੈਦਾ ਨਹੀਂ ਕਰਨਾ ਜੀ। ਠੀਕ ਹੈ ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਲਾਜ਼ਮੀ ਤੌਰ ਤੇ ਐਸਜੀਪੀਸੀ ਕਹਿ ਰਹੀ ਹੈ ਕਿ ਇਹ ਨਾ ਜ਼ਿਕਰ ਹੋਇਆ ਸੀ, ਨਾ ਉਸ ਸਮੇਂ ਅਜਿਹੀ ਕੋਈ ਗੱਲ ਹੋ ਰਹੀ ਸੀ। ਹੁਣ ਬਿਆਨ ਸਿੰਘ ਜੋ ਜਨਰਲ ਸ਼ਵੇਕ ਸਿੰਘ ਦੇ ਭਰਾ ਨੇ, ਉਹ ਕਿਸ ਬਿਹਾਵ ਦੇ ਉੱਤੇ ਕਹਿ ਰਹੇ ਨੇ, ਇੱਕ ਵੱਡਾ ਸਵਾਲ ਜ਼ਰੂਰ ਹੈ। ਅਸੀਂ ਅੱਗੇ ਵਧੀਏ, ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਦੁਬਾਰਾ ਸੁਣਵਾਉਂਦੇ ਹਾਂ ਇਹ ਬਿਆਨ ਜੋ ਬਿਆਨ ਸਿੰਘ ਜਨਰਲ ਸ਼ਵੇਕ ਸਿੰਘ ਦੇ ਭਰਾ ਨੇ, ਉਹਨਾਂ ਦੇ ਵੱਲੋਂ ਇਹ ਕੀ ਸਟੇਟਮੈਂਟ ਦਿੱਤੀ ਗਈ ਹੈ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਲੈ ਕੇ, 1984 ਦੇ ਉਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਉਹਨਾਂ ਨੇ ਕੀ ਵੱਡਾ ਖੁਲਾਸਾ ਕੀਤਾ। ਉਹ ਐਂਡਿੰਗ ਟਾਈਮ ਸੀਗਾ ਜਿਹੜਾ ਅੰਤਲਾ ਸਮਾਂ ਸੀ ਭਿੰਡਰਾਂ ਵਾਲਿਆਂ ਦਾ, ਹਾਂਜੀ, ਉਸ ਵੇਲੇ ਦੋਨਾਂ ਦੀ ਮੁਲਾਕਾਤ ਹੁੰਦੀ ਰਹੀ ਹੈ। ਉਹਨਾਂ 3-4 ਥੋੜੇ ਦਿਨ ਪਹਿਲਾਂ ਹੋਈ ਆ ਅਕਾਲ ਤਖਤ ਸਾਹਿਬ ਤੇ, ਜਦੋਂ ਉਹਨਾਂ ਮੀਟਿੰਗ ਹੋਈ ਆ ਕਿ ਆਪਾਂ ਇੱਥੋਂ ਛੱਡ ਜਾਂਦੇ ਆ ਤੇ ਅਕਾਲ ਤਖਤ ਸਾਹਿਬ ਤੇ ਜਾਂ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਣਾ ਚਾਹੀਦਾ। ਉਦੋਂ ਗੱਲ ਹੋਈ ਹੈ, ਔਨ ਰਿਕਾਰਡ ਹੈ ਗੱਲ ਕਿਤੇ? ਰਿਕਾਰਡ ਕੋਲਾ ਕਰਦਾ ਜੋ ਜਿਹਨਾਂ ਕਰਨਾ ਐਸਜੀਪੀਸੀ ਵਾਲਿਆਂ ਕਰਨਾ ਹੈ, ਕਿਉਂਕਿ ਇਹ ਗੱਲ ਬਹੁਤ ਵਾਰ ਬਾਹਰ ਨਹੀਂ ਆਈ ਕਿ ਭਿੰਡਰਾਂ ਵਾਲੇ ਇਸ ਗੱਲ ਲਈ ਸਹਿਮਤ ਸੀ ਕਿ ਅਸੀਂ ਅਕਾਲ ਤਖਤ ਤੋਂ ਚਲੇ ਜਾਂਦੇ ਹਾਂ ਇਸ ਥਾਂ ਤੋਂ। ਇਹ 'ਚ ਕੋਈ ਸ਼ੱਕ ਨਹੀਂ, ਇਹ ਸਹੀ ਗੱਲ ਹੈ। ਹਾਂ ਬਿਲਕੁਲ ਸਹੀ ਗੱਲ ਹੈ। ਕਿਉਂਕਿ ਅੱਜ ਤੱਕ ਇਹ ਪ੍ਰਚਾਰ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਿੰਡਰਾਂ ਵਾਲਿਆਂ ਦੇ ਉੱਥੇ ਹੋਣ ਕਰਕੇ ਹੀ ਅਟੈਕ ਹੋਇਆ। ਜੇ ਉੱਥੇ ਨਾ ਹੁੰਦੇ ਤਾਂ ਸ਼ਾਇਦ ਅਕਾਲ ਤਖਤ ਸਾਹਿਬ ਤੇ ਅਟੈਕ ਨਾ ਹੁੰਦਾ। ਉਹ ਨਹੀਂ ਚਾਹੁੰਦੇ ਤੇ ਅਟੈਕ ਹੋਵੇ, ਪਰ ਜਦੋਂ ਉਹਨਾਂ ਨੇ ਵੇਖਿਆ ਫੌਜਾਂ ਘੇਰਾ ਪੈ ਗਿਆ, ਸਭ ਕੁਝ ਹੋ ਗਿਆ, ਫਿਰ ਜਨਰਲ ਸਾਹਿਬ ਨੇ ਕਿਹਾ, ਉਹਨੇ ਆਖਿਆ ਸੰਤ ਜੀ ਇਹ ਸਭ ਕੁਝ ਹੋਣਾ। ਉਹ ਤੇ ਉਹਨੇ ਇਹ ਵੀ ਕਿਹਾ ਕਿ ਅਸੀਂ ਦਰਬਾਰ ਸਾਹਿਬ ਤੋਂ ਆਪਣਾ ਬੰਦੇ ਲੈ ਕੇ ਇੱਥੋਂ ਚਲੇ ਜਾਂਦੇ ਆ। ਕਿਹਨੇ ਕਿਹਾ? ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਦੋਂ ਅਕਾਲ ਤਖਤ ਸਾਹਿਬ ਦੇ ਇਹਨਾਂ ਦੀ ਮੀਟਿੰਗ ਹੁੰਦੀ ਆ। ਪਰ ਅੱਜ ਕੱਲ ਐਲੀਗੇਸ਼ਨ ਇਹੀ ਨੇ ਅੱਜ ਤੱਕ ਕਿ ਜੇ ਭਿੰਡਰਾਂ ਵਾਲੇ ਉੱਥੇ ਨਾ ਹੁੰਦੇ ਤਾਂ ਸ਼ਾਇਦ ਅਟੈਕ ਨਾ ਹੁੰਦਾ। ਸੰਤਾਂ ਨੇ ਇਹੋ ਕਿਹਾ ਨਾ, ਮਿਲ ਗਈ ਅਸੀਂ ਇੱਥੋਂ ਲੈ ਕੇ ਜਾਂਦੇ ਹਾਂ। ਜਨਰਲ ਸਾਹਿਬ ਨੇ ਕਿਹਾ ਵੀ ਸੰਤ ਜੀ ਇੱਥੇ ਲੜਾਈ ਹੋਣੀ ਹੈ, ਸਭ ਕੁਝ ਹੋਣਾ ਹੈ ਤੇ ਇਹ ਪੱਕਾ ਆ ਕਿ ਅਸੀਂ ਇੱਥੋਂ ਚੱਲ ਜਾਂਦੇ ਹਾਂ, ਦਰਬਾਰ ਸਾਹਿਬ ਦਾ ਅਟੈਕ ਨਹੀਂ ਹੋਣਾ ਚਾਹੀਦਾ। ਭਾਈ ਨੇ ਕਿਹਾ ਇਹ ਆਪਣੇ ਸੰਤ ਜੀ ਇਹ ਸਭ ਕੁਝ ਹੋਣਾ ਠੀਕ ਹੈ, ਨਹੀਂ ਸੰਤਾਂ ਨੇ ਆਖਿਆ ਅਸੀਂ ਚਲੇ ਜਾਂਦੇ, ਅਟੈਕ ਨਹੀਂ ਹੋਣਾ ਚਾਹੀਦਾ। ਐਂਡਿੰਗ ਰੁਕ ਕਰਦੇ ਹਾਂ ਇਸ ਸਮੇਂ ਸਾਡੇ ਨਾਲ ਸਾਡੇ ਬਿਆਨ ਮੈਂ ਤੁਹਾਨੂੰ ਸੁਣਾਵਾਂਗਾ। ਇਸ ਵਿਚਾਲੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੁੜ ਰਹੇ ਨੇ, ਵਿਰਸਾ ਸਿੰਘ ਵਲਟੋਹਾ ਜੀ, ਉਹਨਾਂ ਦਾ ਰੁਕ ਕਰਦੇ ਹਾਂ। ਵਲਟੋਹਾ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਹਾਂਜੀ ਗੌਰਵ ਜੀ, ਬਿਲਕੁਲ ਜੀ। ਵਲਟੋਹਾ ਸਾਹਿਬ, ਤੁਹਾਡਾ ਫਸਟ ਰਿਐਕਸ਼ਨ, ਤੁਸੀਂ ਸੁਣਿਆ ਹੋਵੇਗਾ ਕਿ ਕੀ ਕੁਝ ਬਿਆਨ ਸਿੰਘ ਹੋਰਾਂ ਦੇ ਵੱਲੋਂ ਕਿਹਾ ਗਿਆ ਜੋ ਜਨਰਲ ਸ਼ਵੇਕ ਸਿੰਘ ਦੇ ਭਰਾ ਨੇ। ਦੇਖੋ ਗੌਰਵ, ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਜਨਰਲ ਸ਼ਵੇਕ ਸਿੰਘ ਦਾ ਪਰਿਵਾਰ ਬਹੁਤ ਸਤਿਕਾਰਤ ਪਰਿਵਾਰ ਹੈ। ਇਸੇ ਤਰ੍ਹਾਂ ਜਿਹੜੇ ਹੋਰ ਕੌਮੀ ਸ਼ਹੀਦ ਨੇ ਉਹਨਾਂ ਦੇ ਪਰਿਵਾਰ ਵੀ ਬਹੁਤ ਸਤਿਕਾਰਤ ਨੇ। ਪਰ ਜੇ ਕੋਈ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦਾ ਹੈ ਜਾਂ ਗਲਤ ਬਿਆਨਬਾਜ਼ੀ ਕਰਦਾ ਹੈ ਤੇ ਉਹਦੇ ਤੇ ਇਹ ਮੇਰੇ ਵਰਗੇ ਨੂੰ ਹਰ ਇੱਕ ਨੂੰ ਜਿਹੜਾ ਆ ਇਤਰਾਜ਼ ਹੈ ਜੀ। ਪਹਿਲੀ ਤੇ ਗੱਲ ਹੈ ਕਿ ਕੌਮੀ ਸ਼ਹੀਦ ਦਾ ਕੋਈ ਰਿਸ਼ਤੇਦਾਰ ਹੋਣਾ
ਇਹ ਜੇ ਉਹ ਕੋਈ ਗੱਲ ਕਰ ਰਿਹਾ ਤੇ ਇਹ ਕੋਈ ਸੱਚਾਈ ਨਹੀਂ। ਮੈਨੂੰ ਪਤਾ ਹੈ ਕਿ ਕਿਉਂਕਿ ਅਸੀਂ ਸ਼ੁਰੂ ਤੋਂ ਲੈ ਕੇ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਜਾਂ ਸੰਤਾਂ ਨੇ ਉੱਥੇ ਆਣ ਕੇ ਨਾਨਕ ਵਾਸਤੇ ਡੇਰੇ ਲਾਏ ਆ, ਤੇ ਅਸੀਂ ਸਾਰੇ ਫੈਡਰੇਸ਼ਨ ਵਾਲੇ ਜਿਹੜੇ 10-15 ਸੀਗੇ, ਜਿਹੜੇ ਮੋਢੀ ਸੀਗੇ, ਉਹ ਅਸੀਂ ਉਸ ਸਮੇਂ ਤੋਂ ਨਾਲ ਸੀਗੇ ਔਰ ਅਖੀਰਲੇ ਦਿਨ ਤੱਕ ਅਸੀਂ ਨਾਲ ਰਹੇ ਹਾਂ। 3 ਤਰੀਕ ਸ਼ਾਮ ਤੱਕ ਅਸੀਂ ਸੰਤਾਂ ਦੇ ਨਾਲ ਰਹੇ ਹਾਂ, ਕਿਉਂਕਿ ਜਦੋਂ ਉੱਥੇ ਹੁਣ ਮੋਟੀ ਜੀ ਗੱਲ ਹੈ, ਕਿਸੇ ਗੱਲ ਤੋਂ ਉਹਲਾ ਨਹੀਂ ਗਿਆ ਕਿ ਜਦੋਂ ਉੱਥੇ ਜਿਹੜਾ ਅਸਲਾ ਹੈ ਉਹ ਵੰਡਿਆ ਗਿਆ, ਉਹ 3 ਤਰੀਕ ਸ਼ਾਮ ਤੱਕ ਵੰਡਿਆ ਗਿਆ, ਕਿਉਂਕਿ 4 ਨੂੰ ਤੜਕੇ ਅਟੈਕ ਸ਼ੁਰੂ ਹੋ ਜਾਂਦਾ ਹੈ। ਤੇ ਉਹ ਜਿਹੜਾ ਸੀਗਾ ਉਹ ਸਾਰੇ ਹੀ ਉੱਥੇ ਆਵਾਜਾਈ ਸੀਗੀ, ਬੜੀ ਸਰਗਰਮੀ ਚੱਲ ਰਹੀ ਸੀਗੀ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ 1 ਤਰੀਕ ਨੂੰ ਪਹਿਲਾਂ ਗੋਲੀ ਚੱਲਦੀ ਹੈ ਔਰ ਫਿਰ ਸ਼ਾਮਾਂ ਤੱਕ ਚੱਲਦੀ ਰਹਿੰਦੀ ਹੈ, ਤੇ 2 ਤਰੀਕ ਨੂੰ ਜਿੱਥੇ ਜਿੱਥੇ ਕੋਈ ਕਮੀ ਸੀਗੀ ਮੋਰਚਾਬੰਦੀ ਦੀ, ਉਹ ਜਿਹੜੀ ਮੋਰਚਾਬੰਦੀ ਕਰਨ ਵਾਸਤੇ ਸਾਰਿਆਂ ਦਾ ਧਿਆਨ ਉਸ ਪਾਸੇ ਸੀਗਾ। ਔਰ ਮੈਂ ਖੁਦ ਧਿਆਨ 'ਚ ਲਿਆਂਦਾ ਕਿ ਜਿਹੜੀ ਪਾਣੀ ਵਾਲੀ ਟੈਂਕੀ ਹੈ ਬਹੁਤ ਉਚਾਈ ਤੇ ਹੈ, ਤੇ ਇਹਦੇ ਉੱਤੇ ਮੋਰਚਾ ਬਣਾ ਲਿਆ ਜਾਵੇ ਤੇ ਉਹਦਾ ਫਾਇਦਾ ਰਹੇਗਾ। ਔਰ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਨੇ ਜਨਰਲ ਸ਼ਵੇਕ ਸਿੰਘ ਹੋਰਾਂ ਨੂੰ ਕਿਹਾ ਕਿ ਤੁਸੀਂ, ਮੈਨੂੰ ਲੰਬੂ ਕਹਿੰਦੇ ਹੁੰਦੇ ਸੀ, ਕਿ ਤੁਸੀਂ ਲੰਬੂ ਦੇ ਨਾਲ ਜਾਓ, ਜਨਰਲ ਸਾਹਿਬ ਆਪ ਚੈੱਕ ਕਰਕੇ ਆਓ, ਇਹਨਾਂ ਦੇ ਨਾ ਛੱਡਿਆ ਜੀ। ਤੇ ਜਨਰਲ ਸਾਹਿਬ ਮੇਰੇ ਨਾਲ ਆਪ, ਜਨਰਲ ਸ਼ਵੇਕ ਸਿੰਘ ਹੋਰੀ ਅਕਾਲ ਤਖਤ ਤੋਂ ਪਾਣੀ ਵਾਲੀ ਟੈਂਕੀ ਜਿਹੜੀ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਆ ਉੱਥੇ ਪਹੁੰਚੇ, ਤੇ ਮੈਨੂੰ ਕਹਿੰਦੇ, ਮੈਨੂੰ ਉਹ ਛੋਟੇ ਨਾਂ ਤੋਂ ਹੀ ਬਲਟੋਹਾ ਤੋਂ, ਬਲਟੋਏ ਤੂੰ ਕੀ ਪੰਗਾ ਪਾਤਾ ਆ, ਮੈਨੂੰ ਕਿੱਥੇ ਚੜਾਏਗਾ, ਬੁੱਢਾ ਬੰਦਾ ਮੈਂ, ਮੇਰੇ ਤੇ ਅੱਗੇ ਬੈਕੇਜ, ਉਹਨਾਂ ਦੇ ਬੈਕੇਜ ਦੀ ਪ੍ਰੋਬਲਮ ਸੀਗੀ, ਪਰ ਉਹ ਸੰਤਾਂ ਦਾ ਹੁਕਮ ਮੰਨ ਕੇ ਕਹਿੰਦੇ ਹੁਣ ਚੜਾਂਗੇ। ਫਿਰ ਚੜੇ, ਉਹ ਪਾਣੀ ਵਾਲੀ ਟੈਂਕੀ ਵੀ ਚੜ ਕੇ ਬਹੁਤ ਉੱਚੀ ਸੀਗੀ, ਉੱਥੇ ਚੜ ਕੇ ਉਹਨਾਂ ਸਾਰਿਆਂ ਨੂੰ ਦੇਖਣ ਕਰਕੇ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਕਿ ਇਹ ਤੁਹਾਡਾ ਸਹੀ ਨਹੀਂ, ਪਰ ਜੇ ਇਹਨੂੰ ਤੁਸੀਂ ਮੋਰਚੇ ਦਾ ਰੂਪ ਦੇਣਾ ਤੇ ਇਹਨੂੰ ਇਸ ਰੂਪ 'ਚ ਦਿਓ। ਹਾਂਜੀ, ਇਹ ਅਖੀਰ ਤੱਕ ਜਿਹੜਾ ਆ, ਫਿਰ ਅਸੀਂ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਉਹਨਾਂ ਡਾਇਰੈਕਸ਼ਨ ਦਿੱਤੀ, ਕਿਸ ਤਰ੍ਹਾਂ ਉੱਥੇ ਪੱਧਰਾ ਕੀਤਾ, ਕਿਸ ਤਰ੍ਹਾਂ ਅਸੀਂ ਉੱਥੇ ਬੋਰੀਆਂ ਲਾਈਆਂ, ਕਿਵੇਂ ਅਸੀਂ ਇਹਨੂੰ ਮੋਰਚੇ ਦਾ ਰੂਪ ਦਿੱਤਾ, ਉਹ ਸਾਰਾ ਕੁਛ ਹੀ ਅੱਜ ਵੀ ਮੈਨੂੰ ਉਸੇ ਤਰ੍ਹਾਂ ਹੀ ਜਨਰਲ ਸ਼ਵੇਕ ਸਿੰਘ ਹੋਰਾਂ ਦਾ ਜਿਹੜਾ ਆ ਉਹ ਸਾਰਾ ਸਾਹਮਣੇ ਆਉਂਦਾ। ਪਰ ਗੱਲ ਇਹ ਕਿ 3 ਤਰੀਕ ਤੱਕ ਜਾਂ 2 ਤਰੀਕ ਨੂੰ, 3 ਤਰੀਕ ਨੂੰ ਜਿਸ ਤਰੀਕੇ ਨਾਲ ਸਰਗਰਮੀ ਚੱਲਦੀ ਰਹੀ, ਤੇ ਇਹ ਗੱਲ ਕਹਿ ਦੇਣੀ ਕਿ ਸੰਤ ਉੱਥੋਂ ਨਿਕਲਣਾ ਚਾਹੁੰਦੇ ਸੀ, ਨਿਕਲਣਾ ਚਾਹੁੰਦੇ, ਕੀ ਉਹਨਾਂ ਦੀ ਕਮਜ਼ੋਰੀ ਨਾ, ਕੀ ਉਹ ਲੜਨਾ ਨਹੀਂ ਸੀ ਚਾਹੁੰਦੇ, ਕੀ ਉਹ ਜਾਂ ਤੇ ਇਹ ਅਜੇ ਸਾਹਿਬ ਬੇਅੰਤ ਸਿੰਘ ਹੋਰੀ ਇਹ ਕਹਿ ਦਿੰਦੇ ਕਿ ਸੰਤ ਚਾਹੁੰਦੇ ਸੀ ਕਿ ਮੈਂ ਬਾਹਰ ਨਿਕਲ ਕੇ ਲੜਾਂ, ਉਹ ਲੜਾਈ ਤੋਂ ਨਹੀਂ ਸੀ ਭੱਜਦੇ। ਉਹਨਾਂ ਨੇ ਇੱਥੇ ਕਿਹਾ ਸੀਗਾ, ਬੜੀ ਵਾਰ ਕਿਹਾ ਸੀਗਾ, ਜੇ ਕੋਈ ਇੱਥੇ ਆਊਗਾ ਤੇ ਟਰੱਕਾਂ ਤੇ ਲੱਦ ਕੇ ਭੇਜੂਗਾ। ਹਾਂ, ਕੋਈ 1000-1500 ਲੈ ਕੇ, ਕੋਈ ਹਜ਼ਾਰਾਂ ਦੀ ਤਾਦਾਦ 'ਚ ਕਰਕੇ, ਉਸ ਤੋਂ ਬਾਅਦ ਮਤਲਬ ਮੇਰੀ ਵੀ ਜ਼ਿੰਦਗੀ ਲੇਖੇ ਲੱਗ ਜਾਵੇ ਤੇ ਕੋਈ ਗੱਲ ਨਹੀਂ, ਉਹ ਮਿੱਟੀ ਹੈ। ਇਹ ਸੰਤਾਂ ਦੇ ਸ਼ਬਦ ਹੁੰਦੇ ਸੀਗੇ, ਔਰ ਸੰਤ ਉਹ ਸੀਗੇ ਜਿਹੜੇ ਆਪਦੀ ਗੱਲ ਤੇ ਪਹਿਰਾ ਦੇਣ ਵਾਲੇ ਸੀ। ਹੁਣ ਮੈਂ ਦੱਸਦਾ ਕਿ ਗੌਰਵ, ਮੈਂ ਸਰਗਰਮ ਰਿਹਾ ਜੀ, ਔਰ ਮੇਰਾ ਪਰਿਵਾਰ, ਮੇਰੇ ਭਰਾ ਨੇ, ਮੇਰਾ ਮਾਂ-ਬਾਪ ਸੀ। ਜੇ ਮੰਨ ਲਓ ਮੈਂ ਕਿਸੇ ਤਰੀਕੇ ਨਾਲ ਉੱਥੇ ਲਿਖੇ ਲੱਗ ਜਾਂਦਾ ਤਾਂ ਪਿੱਛੋਂ ਉੱਠ ਕੇ ਕੋਈ ਮੇਰੇ ਪਰਿਵਾਰ ਦਾ ਜੀ ਐਵੇਂ ਕਹਾਣੀਆਂ ਬਣਾ ਕੇ ਉੱਥੇ ਪੇਸ਼ ਕਰੀ ਜਾਵੇ, ਇਹ ਤਾਂ ਗੱਲ ਕੋਈ ਬਣਦੀ ਨਹੀਂ। ਅਜੇ ਕਿ ਮੇਰੇ ਪਰਿਵਾਰ ਨੇ ਸਾਰਿਆਂ ਨੇ ਛਿੱਤਰ ਖਾਧੇ ਆ। ਹਾਂਜੀ, ਮੇਰਾ ਇੱਕ ਛੋਟਾ ਭਰਾ ਉਸ ਸਮੇਂ ਵੀ ਮੂਵਮੈਂਟ ਦੇ ਵਿੱਚ ਇਨਵੋਲਵ ਸੀਗਾ, ਤੇ ਜੇ ਉਹ ਉੱਠ ਕੇ ਕਿਸੇ ਤਰ੍ਹਾਂ ਦਾ ਕੋਈ ਦਾਅਵਾ ਕਰੀ ਜਾਵੇ, ਬਾਅਦ 'ਚ ਮੰਨ ਲਓ ਜੇ ਵਿਰਸਾ ਉਹ ਲੇਖੇ ਲੱਗ ਜਾਂਦਾ ਜਾਂ ਵਿਰਸਾ ਉਹ ਕੋਈ ਹੋਰ ਉਸ ਸਮੇਂ ਹੋ ਜਾਂਦਾ, ਤੇ ਇਹ ਤਾਂ ਗੱਲ ਕੋਈ ਹੈ ਨਹੀਂ, ਕਿਉਂਕਿ ਉਹਦੇ ਕੋਲ ਸਾਰੀ ਜਾਣਕਾਰੀ ਸੀ। ਇਸ ਕਰਕੇ ਸੰਤਾਂ ਦੇ ਅਕੀਦੇ ਤੇ ਸਵਾਲ ਖੜਾ ਕਰਨਾ, ਹਾਂ, ਇਹ ਬਿਲਕੁਲ ਗੱਲ ਹੈ ਕਿ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦੀ, ਇਸ ਰੂਪ 'ਚ ਹਮਲੇ ਦੀ ਕਿਸੇ ਨੂੰ ਵੀ ਆਸ ਨਹੀਂ ਸੀ। ਔਰ ਕਿਉਂਕਿ ਇੱਕ ਬੰਨੇ ਤੇ ਸਰਕਾਰ ਜਿਹੜੀ ਹੈ ਸੰਤਾਂ ਦੇ ਨਾਲ ਗੱਲਬਾਤ ਕਰ ਰਹੀ ਸੀ, ਏਲਚੀ ਭੇਜ ਰਹੀ ਸੀ, ਔਰ ਸੰਤਾਂ ਦੇ ਸਾਡੇ ਨਾਲ ਸ਼ਬਦ ਹੁੰਦੇ ਸੀਗੇ ਕਿ ਫੈਡਰੇਸ਼ਨ ਵਾਲੇ ਹੁਣ ਮੋਰਚਾ ਫਤਿਹ ਹੋ ਜਾਣਾ ਆ, ਤੇ ਉਸ ਤੋਂ ਬਾਅਦ ਆਪਾਂ ਜਲੂਸ ਕੱਢਣੇ, ਜਲੂਸ ਜਿਹੜਾ ਮਾਰਚ ਕੱਢਣੇ ਜਾਂ ਆਪਾਂ ਦੂਸਰੇ ਕਰੀਏ ਉਹਨੂੰ ਜਲੂਸ ਕਹਿੰਦੇ ਹੁੰਦੇ ਸੀ। ਆਪਾਂ ਪੰਜਾਬ 'ਚ ਜਲੂਸ ਕੱਢਾਂਗੇ ਜੇਤੂ, ਤੁਸੀਂ ਬੱਸ ਦੇ ਉੱਪਰ ਵਿਆਹ ਕਰਨਾ ਕਿ ਵਿੱਚ ਵਿਆਹ ਕਰਨਾ, ਹਾਸੇ ਠਿੱਠੇ ਚੱਲਦੇ ਹੁੰਦੇ ਸੀਗੇ। ਤੇ ਇੱਥੋਂ ਤੱਕ ਤੇ ਗੱਲਾਂ ਸਰਕਾਰਾਂ ਕਰਦੀਆਂ ਰਹੀਆਂ ਨੇ। ਇਸ ਕਰਕੇ ਜਿਹੜਾ ਹੈ ਜਨਰਲ ਸ਼ਵੇਕ ਸਿੰਘ ਹੋਰੀ ਕੌਮੀ ਸ਼ਹੀਦ ਨੇ, ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ, ਸਰਦਾਰ ਬੇਅੰਤ ਸਿੰਘ ਹੋਰੀ ਸਾਡੇ ਬਹੁਤ ਸਤਿਕਾਰਤ ਨੇ। ਔਰ ਹੈਰਾਨੀ ਇਸ ਗੱਲ ਦੀ ਗੌਰਵ ਕਿ ਜਿੰਨੀਆਂ ਕਿਤਾਬਾਂ ਆ ਰਹੀਆਂ ਨੇ ਜੀ, ਜਿੰਨੀਆਂ ਇੰਟਰਵਿਊ ਆ ਰਹੀਆਂ ਨੇ ਜੀ, ਜਿੰਨੀਆਂ ਵੀਡੀਓਜ਼ ਆ ਰਹੀਆਂ ਨੇ, ਉਹਨਾਂ ਦੇ ਵਿੱਚ ਇੰਨਾ ਮਿਲਗੋਬਾ ਆ ਉਸ ਸਮੇਂ ਨੂੰ ਲੈ ਕੇ,
ਉਸ ਹਿਸਟਰੀ ਨੂੰ ਲੈ ਕੇ, ਉਸ ਐਕਸ਼ਨ ਨੂੰ ਲੈ ਕੇ, ਉਸ ਹਮਲੇ ਨੂੰ ਲੈ ਕੇ, ਉਸ ਮੂਵਮੈਂਟ ਨੂੰ ਲੈ ਕੇ ਕਿ ਅਸੀਂ ਖੁਦ ਜਿਹੜਾ ਆ ਮਤਲਬ ਇੰਨਾ ਦੁਖੀ ਹੁੰਦੇ, ਮੱਥੇ ਤੇ ਹੱਥ ਮਾਰਦੇ ਆ, ਇਹ ਕੀ ਪਰੋਸਿਆ ਜਾ ਰਿਹਾ। ਨਹੀਂ ਪਰ ਬਲਟੋਆ ਸਾਹਿਬ ਦੇਖੋ, ਲੋਕ ਇਸ ਸਮੇਂ ਤੁਹਾਨੂੰ ਸੁਣ ਰਹੇ ਨੇ, ਲੋਕ ਇਹ ਵੀ ਸਮਝਣਾ ਚਾਹੁੰਦੇ ਹੋਣਗੇ ਕਿ ਜਨਰਲ ਸ਼ੁਬੇਗ ਸਿੰਘ ਇੱਕ ਵੱਡਾ ਨਾਮ ਹੈ, ਤੁਸੀਂ ਖੁਦ ਸਮਝਦੇ ਹੋ, ਪੰਜਾਬ ਦੇ ਲੋਕ ਵੀ ਸਮਝਦੇ ਨੇ, ਤਾਂ ਉਹਨਾਂ ਦੇ ਭਰਾ ਨੂੰ ਅੱਜ 39 ਸਾਲ ਬਾਅਦ ਇਹ ਗੱਲ ਰੱਖਣ ਦੀ ਜ਼ਰੂਰਤ ਕਿਉਂ ਪੈ ਗਈ? ਆਖਿਰ ਕਿਉਂ ਇਸ ਤਰੀਕੇ ਨਾਲ ਉਹ ਕਹਿਣਗੇ? ਮੈਂ ਇੱਥੇ ਕਲੈਰੀਫਾਈ ਵੀ ਕਰ ਦਵਾਂ, ਸ਼ਾਇਦ ਦਰਸ਼ਕ ਇਸ ਗੱਲ ਨੂੰ ਜ਼ਰੂਰ ਜਾਣਨਾ ਚਾਹਣਗੇ। ਇੰਟਰਵਿਊ ਨੂੰ ਜਿੰਨਾ ਅਸੀਂ ਸਮਝ ਪਾਏ ਹਾਂ ਇਸ ਸਵਾਲ ਦੇ ਜਵਾਬ ਨੂੰ, ਬਲਟੋਆ ਸਾਹਿਬ ਉਹ ਇਹ ਕਹਿੰਦੇ ਹੋਏ ਨਜ਼ਰ ਆਏ ਨਹੀਂ ਕਿ ਉੱਥੇ ਜਰਨੈਲ ਸਿੰਘ ਭਿੰਡਰਾਂ ਵਾਲੇ ਕੋਈ ਡਰ ਦੀ ਵਜ੍ਹਾ ਨਾਲ ਭੱਜਣਾ ਚਾਹੁੰਦੇ ਸੀ ਜਾਂ ਜਾਣਾ ਚਾਹੁੰਦੇ ਸੀ। ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਚਾਹੁੰਦੇ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਨਾ ਹੋਵੇ, ਇਸ ਕਰਕੇ ਉਹ ਅਕਾਲ ਤਖਤ ਸਾਹਿਬ ਨੂੰ ਛੱਡਣਾ ਚਾਹੁੰਦੇ ਸੀ। ਉਹਨਾਂ ਦੇ ਕਹਿਣ ਦਾ ਭਾਵ ਇਹ ਸੀ। ਤੁਹਾਨੂੰ ਕੀ ਲੱਗਦਾ ਕਿ ਆਖਿਰ ਉਹਨਾਂ ਨੂੰ ਅੱਜ ਆ ਕੇ 39 ਸਾਲ ਬਾਅਦ ਕੀ ਜ਼ਰੂਰਤ ਪੈ ਗਈ ਕਿ ਉਹ ਇਸ ਦੇ ਉੱਤੇ ਸਟੇਟਮੈਂਟ ਦੇ ਰਹੇ ਨੇ? ਦੇਖੋ, ਸਵਾਲ ਕਿਸ ਰੂਪ ਚ ਕੀਤਾ, ਉਹਦਾ ਜਵਾਬ ਕਿਸ ਰੂਪ ਚ ਆਇਆ ਜੀ, ਸਾਰੀ ਇੰਟਰਵਿਊ ਕੀ ਹੈ, ਜਦੋਂ ਸਾਰੀ ਇੰਟਰਵਿਊ ਅਸੀਂ ਸੁਣੀਏ ਤੇ ਸਵਾਲ ਕਿਸ ਰੂਪ ਚ ਹੋਇਆ ਸੀ, ਉਸ ਰੂਪ ਚ ਉਹਨਾਂ ਕੀ ਜਵਾਬ ਦਿੱਤਾ। ਕਿਉਂਕਿ ਜਿਹੜਾ ਬੰਦਾ ਉਸ ਮੂਵਮੈਂਟ ਦੇ ਨਾਲ ਜਾਂ ਉਹਨਾਂ ਆਖਰੀ ਦਿਨਾਂ ਦੇ ਨਾਲ ਨਹੀਂ ਜੁੜਿਆ ਹੋਇਆ, ਉਹ ਕਈ ਵਾਰ ਉਹਨੂੰ ਅਗਿਆਨਤਾ ਹੁੰਦੀ ਹੈ। ਉਹ ਆਪਦੇ ਤਰੀਕੇ ਨਾਲ ਕਿ ਸੰਤ ਨਹੀਂ ਸੀ ਚਾਹੁੰਦੇ ਮੈਂ ਅਕਾਲ ਤਖਤ ਤੇ ਰਵਾਂ, ਮੈਂ ਉਹ ਛੱਡਣਾ ਚਾਹੁੰਦੇ ਸੀਗੇ ਵੀ, ਮਤਲਬ ਸਵਾਲ ਕੀ ਰਿਹਾ, ਅਜਿਹਾ ਹੋ ਸਕਦਾ ਹੈ ਕਿ ਇਹ ਵੀ ਗੱਲ ਉੱਠਦੀ ਹੈ ਜੀ ਕਿ ਸੰਤਾਂ ਕਰਕੇ ਹੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਤੇ ਹੋ ਸਕਦਾ ਕਿ ਸਾਹਿਬ ਬੇਅੰਤ ਸਿੰਘ ਹੋਰੀ ਕਹਿੰਦੇ ਹੁਣ ਇਸ ਗੱਲ ਨੂੰ ਕਵਰ ਕਰਨ ਲਈ ਖਾਤਰ ਕਿ ਨਹੀਂ ਸੰਤ ਨਹੀਂ ਸੀ ਚਾਹੁੰਦੇ, ਉੱਥੋਂ ਨਿਕਲਣਾ ਚਾਹੁੰਦੇ ਸੀਗੇ। ਇਹ ਇੱਕ ਗੱਲ ਵੱਖਰੀ ਹੈ, ਪਰ ਇਸ ਗੱਲ ਨੂੰ ਕਵਰ ਵੀ ਨਹੀਂ ਕਰਨਾ ਚਾਹੀਦਾ। ਜੋ ਅਸਲੀਅਤ ਆ ਉਹ ਸਾਹਮਣੇ ਹੈ। ਉਹ ਵੀ ਇਹੀ ਦਾਵਾ ਕਰਦੇ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 3 ਤਰੀਕ ਤੱਕ ਤੁਸੀਂ ਉੱਥੇ ਸੀ, ਤੁਹਾਡੇ ਤੋਂ ਪਹਿਲਾਂ ਗੁਰਚਰਨ ਗਰੇਵਾਲ ਜੀ ਜੁੜੇ ਹੋਏ ਸੀ, ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਮੈਂ ਖੁਦ 3 ਤਰੀਕ ਤੱਕ ਉੱਥੇ ਮੌਜੂਦ ਸੀ। ਬਿਆਨ ਸਿੰਘ ਵੀ ਦਾਵਾ ਕਰ ਰਹੇ ਨੇ ਕਿ ਉਹ ਆਪਣੇ ਮਾਤਾ ਦੇ ਨਾਲ, ਸ਼ੁਬੇਗ ਸਿੰਘ ਦੀ ਮਾਤਾ ਦੇ ਨਾਲ, ਉਹ ਵੀ ਉੱਥੇ ਮੌਜੂਦ ਸੀ। 3 ਤਰੀਕ ਨੂੰ ਉਹ ਵੀ ਬਾਹਰ ਆਏ ਨੇ। ਭਾਈ ਸਾਹਿਬ ਕਾਹਦੇ ਲਈ ਗੱਲਾਂ ਕਰੀ ਜਾਂਦੇ ਜੀ? 3 ਤਰੀਕ ਨੂੰ ਤਾਂ ਕੋਈ ਬੀਬੀ ਉੱਥੇ ਰਹਿਣ ਹੀ ਨਹੀਂ ਦਿੱਤੀ। ਬੀਬੀਆਂ ਤਾਂ ਪਹਿਲਾਂ ਤੋਰਤੀਆਂ ਸੀਗੀਆਂ ਜੀ, ਜਿੰਨੀਆਂ ਬੀਬੀਆਂ ਮਾਈਆਂ ਧੀਆਂ ਭੈਣਾਂ ਸੀਗੀਆਂ ਸਾਰੀਆਂ ਪਹਿਲਾਂ ਉੱਥੋਂ ਤੋਰਤੀਆਂ ਸੀਗੀਆਂ। ਕੋਈ ਵਿਰਲੀ ਉੱਥੇ ਰਹੀ ਜਿਹੜੀ ਵੇਰ ਕੇ ਰਹੀ ਹੈ ਜੀ, ਹਾਂਜੀ, ਬਾਕੀ ਸਭ ਭੇਜਤੀਆਂ ਸੀਗੀਆਂ। ਔਰ ਇੱਥੋਂ ਤੱਕ ਕਿ ਫੈਡਰੇਸ਼ਨ ਦੀ ਪ੍ਰਧਾਨ ਸੀ ਬੀਬੀ ਪੁਕਾਰ ਕੌਰ, ਉਹ ਜਾਣਾ ਨਹੀਂ ਸੀ ਚਾਹੁੰਦੀ। ਭਾਈ ਹਰਮਿੰਦਰ ਸਿੰਘ ਸੰਧੂ ਦੀ ਵਾਈਫ ਸੀਗੀ ਪਰਮਜੀਤ ਕੌਰ, ਉਹ ਜਾਣਾ ਨਹੀਂ ਸੀ ਚਾਹੁੰਦੀ, ਉਹਨਾਂ ਨੂੰ ਧੱਕੇ ਨਾਲ ਘੱਲਿਆ। ਔਰ ਪਰ ਫਿਰ ਵੀ ਬਾਹਰ ਜਾ ਕੇ ਉਹ ਜਿੱਥੇ ਬਾਬਾ ਟੱਲ ਜੀ ਦਾ ਸਥਾਨ ਹੈ ਉੱਥੇ ਉਹ ਜਿਹੜੀਆਂ ਬਾਕੀ ਬੀਬੀਆਂ ਅੱਗੇ ਚਲੇ ਗਈਆਂ, ਉਹ ਸਾਡੇ ਤੋਂ ਉਹਲੇ ਹੋ ਗਈਆਂ, ਪਰ ਉੱਥੇ ਜਾ ਕੇ ਬੈਠੀਆਂ ਰਹੀਆਂ। ਜਦੋਂ ਫੌਜ ਐਂਟਰ ਹੋਈ ਹੈ ਉੱਥੇ ਉਹਨਾਂ ਨੇ ਉਹ ਪਿਸਟਲ ਲੈ ਗਈਆਂ ਇੱਥੋਂ, ਹਾਂਜੀ, ਉੱਥੇ ਉਹਨਾਂ ਨੇ ਗੋਲੀ ਚਲਾਤੀ, ਉਹ ਉੱਥੇ ਦੋਨੋਂ ਮਾਰੀਆਂ ਗਈਆਂ। ਇਸ ਕਰਕੇ ਜਿਹੜਾ ਕੋਈ ਬੀਬੀ ਉੱਥੇ 3 ਨੂੰ ਨਹੀਂ ਸੀ ਹੈਗੀ ਜੀ। ਔਰ ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਇੱਕ ਬੇਨਤੀ ਵੀ ਕਰਾਂ ਜੀ, ਸਾਡਾ 5 ਤਰੀਕ ਤੱਕ, ਕਿਉਂਕਿ ਸਾਡੀ ਡਿਊਟੀ ਇੱਧਰਲੇ ਪਾਸੇ ਸੀਗੀ, ਅਕਾਲ ਤਖਤ ਸਾਹਿਬ ਤੇ ਨਹੀਂ ਸੀ, ਸਰਾਂ ਵਾਲੇ ਪਾਸੇ ਸੀਗੀ। ਔਰ ਇੱਕ ਇੰਟਰਕੌਮ ਸੀਗਾ, ਇੰਟਰਕੌਮ ਤੇ ਗੱਲਬਾਤ ਚੱਲਦੀ ਸੀਗੀ। ਔਰ ਸੰਤਾਂ ਨੇ ਫੋਨ ਕੀਤਾ ਸਾਨੂੰ, ਸੰਤਾਂ ਨੇ ਖੁਦ, ਤੇ ਫੋਨ ਸ਼ਾਇਦ ਭਾਈ ਅਮਰਜੀਤ ਸਿੰਘ ਚਾਵਲਾ ਜਿਹੜੇ ਐਚਪੀਸੀ ਮੈਂਬਰ, ਇਹਨਾਂ ਨੇ ਚੁੱਕਿਆ ਜੀ, ਹਾਂਜੀ। ਅਸੀਂ ਉਹ ਫੋਨ ਇੱਕ ਕਮਰੇ 'ਚ ਰੱਖ ਲਿਆ ਸੀਗਾ। ਔਰ ਉਹਨਾਂ ਨੇ ਵਾਰੀ-ਵਾਰੀ ਸਾਰਿਆਂ ਨੂੰ ਸੱਦ ਕੇ ਗੱਲ ਕੀਤੀ। ਮੈਨੂੰ ਵੀ ਮੋਰਚੇ ਤੋਂ ਸੱਦ ਕੇ ਬਕਾਇਦਾ ਸੰਤਾਂ ਨੇ ਗੱਲ ਕੀਤੀ ਤੇ ਮੈਨੂੰ ਕਹਿੰਦੇ ਲੰਬੂ ਚੜ੍ਹਦੀ ਕਲਾ 'ਚ ਰਹਿਣਾ ਹੈ। ਔਰ ਮੈਨੂੰ ਯਾਦ ਆ ਅੱਜ ਵੀ ਜਿਸ ਤਰੀਕੇ ਨਾਲ ਉਹਨਾਂ ਹੱਲਾਸ਼ੇਰੀ ਦਿੱਤੀ, ਜਿਸ ਚੜ੍ਹਦੀ ਕਲਾ ਨਾਲ ਬੋਲ ਰਹੇ ਸੀ। ਔਰ ਆਖਰੀ ਸ਼ਬਦ ਜਿਹੜੇ ਉਹਨਾਂ ਦੇ ਯਾਦ ਆ, ਕਹਿੰਦੇ ਲੰਬੂ ਤੂੰ ਗੁਰਬਾਣੀ ਨੂੰ ਪੜ੍ਹਨ ਵਾਲਾ ਆ, ਜਾਮ ਗੁਰੂ ਹੈ ਵੱਲ ਧਨੇ ਕਿਆ ਗਾਰਵ ਦਿੱਜੇ, ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕਿਜੇ। ਮਤਲਬ ਜਿਹੜਾ ਇੱਕ ਜਰਨੈਲ ਦੀ ਆਪਦੇ ਸਿਪਾਹੀ ਨੂੰ ਇੱਕ ਪ੍ਰੇਰਨਾ, ਇੱਕ ਉਤਸ਼ਾਹਿਤ ਕਰਨਾ ਹੁੰਦਾ ਆ, ਉਹ ਸੰਤਾਂ ਦੇ ਸ਼ਬਦ ਯਾਦ। ਔਰ ਇੱਥੋਂ ਤੱਕ ਮੈਂ ਦੱਸ ਦੇਵਾਂ ਕਿ ਅਸੀਂ ਇਹ 5 ਤਰੀਕ ਸਵੇਰ ਦੀ ਗੱਲ, 5 ਤਰੀਕ ਦੁਪਹਿਰੇ ਅਸੀਂ ਸੰਤਾਂ ਕੋਲੇ ਭਾਈ ਹਰਮਿੰਦਰ ਸਿੰਘ ਸੰਧੂ ਨੇ ਬਕਾਇਦਾ ਇੱਕ ਚਿੱਠੀ ਲਿਖ ਕੇ ਭੇਜੀ ਕਿ ਸੰਤ ਜੀ ਸਾਰੀ ਲੜਾਈ ਅਕਾਲ ਤਖਤ ਸਾਹਿਬ ਵਾਲੇ ਪਾਸੇ ਹੈ, ਤੇ ਆਪ ਜੀ ਦਾ ਹੁਕਮ ਹੋਵੇ ਤੇ ਸਾਨੂੰ ਹੁਕਮ ਕਰੋ, ਅਸੀਂ ਸਾਰੇ ਇੱਧਰ ਆ ਜਾਈਏ। ਔਰ ਸੰਤਾਂ ਨੇ ਬਕਾਇਦਾ ਵਾਪਸ ਚਿੱਠੀ ਭੇਜੀ, ਉਹ ਜਿਹੜੇ ਮੁੰਡੇ ਸਾਡੇ ਫੈਡਰੇਸ਼ਨ ਵਾਲੇ ਲੈ ਕੇ ਗਏ ਸੀਗੇ, ਤੇ ਉਹਦੇ ਉੱਤੇ ਭਾਈ ਅਮਰੀਕ ਸਿੰਘ ਹੋਰਾਂ ਨੇ ਲਿਖੀ, ਕਿਉਂਕਿ ਸੰਤਾਂ ਨੇ ਲਿਖਾਈ ਸੰਤਾਂ ਨੇ ਹੀ, ਪਰ ਹੁਕਮ ਸੰਤਾਂ ਦਾ ਸੀਗਾ ਕਿ ਬਿਲਕੁਲ ਤੁਸੀਂ ਇੱਧਰ ਨਹੀਂ ਆਉਣਾ, ਤੁਸੀਂ ਜਿੱਥੇ ਹੈਗੇ ਜੇ, ਜਿੱਥੇ ਤੁਹਾਡੀ ਡਿਊਟੀ ਲਾਈ ਤੁਸੀਂ ਇੱਥੇ ਹੀ ਰਹਿਣਾ ਹੈ, ਹਾਂਜੀ। ਔਰ ਇੱਥੋਂ ਤੱਕ ਸਾਰਾ ਗੱਲਬਾਤ ਚੱਲਦੀ ਰਹੀ ਹੈ। ਔਰ ਸੰਤਾਂ ਦਾ ਜਿਸ ਤਰੀਕੇ ਨਾਲ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਸਾਰਾ ਉੱਥੇ ਪਹਿਰਾ ਦਿੱਤਾ ਆ, ਇਹਦੇ ਨਾਲ ਦੇਖੋ ਇੱਕ ਭਾਵੇਂ ਜੋ ਮਰਜ਼ੀ ਹੈ, ਸੰਤਾਂ ਦੀ ਜਿਹੜੀ ਅੱਜ ਜੈ ਜੈਕਾਰ ਹੋ ਰਹੀ ਆ, ਜਾਂ ਸੰਤਾਂ ਦੀ ਸ਼ਖਸੀਅਤ ਦੀ ਜੇ ਕੋਈ ਹਰ ਕੋਈ ਕਾਇਲ ਹੈ, ਵਿਰੋਧੀ ਵੀ ਕਾਇਲ ਹੈ। ਅੱਜ ਜਨਰਲ ਬਰਾੜ ਵਰਗੇ ਨੇ ਵੀ ਉਹਨਾਂ ਦੀ ਸਿਫਤਾਂ ਕਰਨੀਆਂ ਪੈ ਰਹੀਆਂ, ਤੇ ਇਸੇ ਕਰਕੇ ਆ ਕਿ ਉਹਨਾਂ ਦੀ ਦ੍ਰਿੜਤਾ
ਉਹਨਾਂ ਦਾ ਸਤਿਗੁਰ ਤੇ ਭਰੋਸਾ, ਉਹਨਾਂ ਦੀ ਅਡੋਲਤਾ, ਹਾਂਜੀ, ਉਹਨਾਂ ਦੀ ਕੁਰਬਾਨੀ ਦਾ ਜਜ਼ਬਾ ਜਿਹੜਾ ਆ ਉਹਦੇ ਕਰਕੇ ਕਰਨੀ ਪੈ ਰਹੀ ਹੈ। ਇਹਦੇ ਨਾਲ ਜਿਸ ਤਰ੍ਹਾਂ ਸਾਹਿਬ ਬੇਅੰਤ ਸਿੰਘ ਹੋਰਾਂ ਦੇ ਜਿੰਨਾ ਕੁ ਤੁਸੀਂ ਸੁਣਾ ਰਹੇ ਜੇ, ਉਹਦੇ ਨਾਲ ਜਿਹੜਾ ਆ ਕਿਸੇ ਨਾ ਕਿਸੇ ਰੂਪ 'ਚ ਜਿਹੜਾ ਆ ਕਮਜ਼ੋਰੀ ਸ਼ੋ ਹੁੰਦੀ। ਠੀਕ ਹੈ, ਉਹ ਅਸੀਂ ਪੂਰੀ ਇੰਟਰਵਿਊ ਜਲਦ ਨਿਊਜ਼ 18 ਦੇ ਦਰਸ਼ਕ ਉਸ ਨੂੰ ਸੁਣ ਸਕਣਗੇ। ਪਰ ਬਲਟੋਆ ਸਾਹਿਬ, ਇੱਕ ਆਖਰੀ ਸਵਾਲ, ਕੀ ਐਸਜੀਪੀਸੀ ਜਾਂ ਫਿਰ ਅਕਾਲੀ ਦਲ ਜਨਰਲ ਸ਼ਵੇਕ ਸਿੰਘ ਦੇ ਪਰਿਵਾਰ ਦੇ ਨਾਲ ਰਾਬਤਾ ਕਾਇਮ ਕੋਈ ਕਰੇਗਾ? ਕੋਈ ਗੱਲਬਾਤ ਤੁਹਾਨੂੰ ਲੱਗਦਾ ਕਿ ਕਰਨੀ ਚਾਹੀਦੀ ਹੈ? ਆਖਿਰ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ, ਕਿਉਂ ਦਿੱਤੀ? ਉਹਨਾਂ ਨੇ ਇਹ ਵੀ ਜ਼ਿਕਰ ਕਰ ਦਿੱਤਾ ਜਦੋਂ ਉਹਨਾਂ ਨੂੰ ਸਵਾਲ ਹੋਇਆ ਕਿ 39 ਸਾਲ ਬਾਅਦ ਇਹ ਗੱਲ ਕਿਉਂ ਹੋ ਰਹੀ ਹੈ, ਤਾਂ ਕਹਿੰਦੇ ਕਿ ਰਿਕਾਰਡ ਤਾਂ ਹੁੰਦਾ ਐਸਜੀਪੀਸੀ ਦਾ ਕੰਮ ਸੀ, ਕਿ ਐਸਜੀਪੀਸੀ ਨੇ ਦੇਖਣਾ ਸੀ ਕਿ ਕਿਹੜੀ ਗੱਲਾਂ ਬਾਹਰ ਆਈਆਂ ਨੇ ਤੇ ਇਹ ਗੱਲ ਦਾ ਕੋਈ ਰਿਕਾਰਡ ਹੈ ਕਿ ਨਹੀਂ ਹੈ। ਤੁਹਾਨੂੰ ਲੱਗਦਾ ਕਿ ਉਹਨਾਂ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ? ਇੱਕ ਤਰੀਕੇ ਨਾਲ ਐਸਜੀਪੀਸੀ ਨੂੰ ਲੈ ਕੇ ਨਿਰਾਸ਼ਾ ਜਤਾਉਂਦੇ ਹੋਏ ਨਜ਼ਰ ਆਏ ਕਿ ਉਸ ਤਰੀਕੇ ਨਾਲ ਰਿਐਕਟ ਨਹੀਂ ਕੀਤਾ ਜਿਵੇਂ ਹੋਣਾ ਚਾਹੀਦਾ ਸੀ। ਦੇਖੋ, ਮੈਂ ਇੱਕ ਬੇਨਤੀ ਕਰਾਂ ਜੀ, ਪਹਿਲੀ ਤੇ ਗੱਲ ਹੈ ਉਹਨਾਂ ਦੀ ਇੱਥੇ ਹੀ ਗੱਲ ਜਿਹੜੀ ਹੈ ਆਪਣੇ ਆਪ ਹੀ ਕੰਟਰਾਡਿਕਟਰੀ ਹੋ ਜਾਂਦੀ ਹੈ, ਕਿਉਂਕਿ ਐਸਜੀਪੀਸੀ ਦਾ ਸੰਤਾਂ ਦੇ ਨਾਲ ਸਵਾਏ ਇਸ ਗੱਲ ਤੋਂ ਕਿ ਉੱਥੋਂ ਲੰਗਰ ਪਾਣੀ ਚੱਲਦਾ ਸੀ ਜਾਂ ਜੋ ਸੰਤ ਜੀ ਦੀ ਸੇਵਾ ਕਰ ਸਕਦੀ ਸੀ ਉਹ ਐਸਜੀਪੀਸੀ ਕਰਦੀ ਸੀ। ਐਸਜੀਪੀਸੀ ਦਾ ਸੰਤਾਂ ਦੇ ਮਾਮਲਿਆਂ 'ਚ ਜਾਂ ਸੰਤਾਂ ਦੇ ਜੋ ਸਾਰਾ ਪ੍ਰੋਗਰਾਮ ਸੀ ਉਹਦੇ ਨਾਲ ਕੋਈ ਸੰਬੰਧ ਨਹੀਂ ਸੀਗਾ। ਬਾਕੀ ਇਹ ਸਾਰਾ ਓਪਨ ਸੀਕ੍ਰੇਟ ਹੈ ਜਿਹੜੇ ਉਸ ਸਮੇਂ ਦੇ ਸਿੰਘ ਨੇ, ਇਹ ਇੱਕ ਓਪਨ ਸੀਕ੍ਰੇਟ ਹੈ ਕਿ ਖੁੱਲ੍ਹੇਆਮ ਇੱਕ ਉਦਾਹਰਨ ਹੈ ਕਿ ਉੱਥੇ ਕਿਸ ਤਰੀਕੇ ਨਾਲ ਚੱਲਦਾ ਸੀਗਾ। ਔਰ ਐਸਜੀਪੀਸੀ ਨਾ ਤਾਂ ਕੋਈ ਰਿਕਾਰਡ ਕਰ ਸਕਦੀ ਸੀ, ਨਾ ਐਸਜੀਪੀਸੀ ਨੂੰ ਪ੍ਰਚਾਰ ਸਕਦੀ ਸੀ। ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ, ਹਮੇਸ਼ਾ ਹੀ ਜਿਹੜੇ ਸਤਿਕਾਰਤ ਪਰਿਵਾਰ ਨੇ, ਕੌਮੀ ਪਰਿਵਾਰ ਨੇ, ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ। ਪਰ ਸਾਡੀ ਹੱਥ ਭਰ ਕੇ ਬੇਨਤੀ, ਚਾਹੇ ਸਰ ਬੇਅੰਤ ਸਿੰਘ ਨੇ ਤੇ ਚਾਹੇ ਕੋਈ ਹੋਰ ਹੈ ਜਾਂ ਕਿਸੇ ਹੋਰ ਸ਼ਹੀਦ ਪਰਿਵਾਰ ਚੋਂ ਹੈ, ਉਹ ਸਾਡੀ ਹੱਥ ਭਰ ਕੇ ਇੰਨੀ ਕੁ ਬੇਨਤੀ ਹੈ ਕਿ ਜੇ ਤੁਸੀਂ ਅਸਲੀਅਤ ਨਹੀਂ ਜਾਣਦੇ, ਜੇ ਤੁਹਾਨੂੰ ਅਸਲੀਅਤ ਤੋਂ ਅਣਜਾਣ ਜੇ, ਤੇ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰੋ ਜਿਹਦੇ ਨਾਲ ਇਤਿਹਾਸ ਵਿਗੜੇ। ਬਹੁਤ ਤਰੀਕੇ, ਮਤਲਬ ਇੰਨਾ ਜ਼ਿਆਦਾ ਕਿਤਾਬ ਪਹਿਲਾਂ ਖਰੀਦ ਕੇ ਲਿਆਈ ਦੀਆਂ, ਪੜ੍ਹੀਏ, ਕੁਝ ਇਹ 'ਚ ਸੱਚਾਈ ਹੋਊਗੀ, ਫਿਰ ਮੱਥੇ ਨੂੰ ਹੱਥ ਮਾਰੀਦਾ ਕਿ ਇਹਨੇ ਕੀ ਲਿਖਿਆ ਹੈ। ਮਤਲਬ 99% ਕਿਤਾਬਾਂ ਜਿਹੜੀਆਂ ਨੇ ਝੂਠ ਦੀਆਂ ਭਰੋਸੀਆਂ ਹੋਈਆਂ ਨੇ, ਜਿਹੜੀਆਂ 84 ਤੇ ਜਾਂ ਆਪਰੇਸ਼ਨ ਬਲੂ ਸਟਾਰ ਤੇ ਲਿਖੀਆਂ ਹੋਈਆਂ ਨੇ। ਵੱਡੇ ਵੱਡੇ ਪੱਤਰਕਾਰ ਜਿਹੜੇ ਦਾਅਵਾ ਕਰਦੇ ਨੇ ਕਿ ਅਸੀਂ ਸੰਤਾਂ ਦੇ ਨਜ਼ਦੀਕੀ ਸੀ ਜੀ, ਅਸੀਂ ਆਹ ਕਰਦੇ ਸੀ, ਮੈਂ ਸੰਤਾਂ ਨੂੰ ਆਹ ਕਹਿਤਾ ਜੀ, ਸੰਤਾਂ ਨੇ ਮੈਨੂੰ ਆਹ ਕਹਿਤਾ ਜੀ, ਬਿਲਕੁਲ ਝੂਠ ਸਭ ਨੇ ਇਤਰਾਜ਼ ਕੀਤਾ ਹੈ। ਠੀਕ ਹੈ ਬਲਟੋਆ ਸਾਹਿਬ, ਜੀ ਕਰ ਲਓ, ਤੁਸੀਂ ਕੰਪਲੀਟ ਕਰ ਲਓ। ਮੇਰੇ ਵਰਗਿਆਂ ਦਾ ਜੀ ਕਰਦਾ ਆ ਵੀ ਕਿਤਾਬ ਲਿਖੀਏ, ਕਹਿੰਦੇ ਹੁਣ ਸਮੇਂ ਦੀ ਘਾਟ ਕਰਕੇ ਜਾਂ ਕਈ ਗੱਲਾਂ ਕਰਕੇ ਉਹ ਨਹੀਂ ਅਸੀਂ ਕਰ ਸਕੇ, ਜਾਂ ਕਰਨਾ ਚਾਹੁੰਦੇ ਆ, ਉਹ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਕਰੀਏ ਵੀ। ਪਰ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਕਿ ਜਿਸ ਸੱਜਣ ਕੋਲੇ ਤੱਥ ਨਹੀਂ ਹੈਗੇ, ਇਹ ਇਤਿਹਾਸ ਹੈ, ਬਹੁਤ ਵੱਡੀ ਹਿਸਟਰੀ ਹੈ ਔਰ ਮਾਣਮੱਤੀ ਹਿਸਟਰੀ ਹੈ, ਇਹਦੇ ਵਿੱਚ ਮਲਗੋਬਾ ਨਾ ਕਰੋ, ਆਪੋ ਆਪਣੇ ਬਿਆਨ ਦੇ ਕੇ ਉਸ ਹਿਸਟਰੀ ਨੂੰ ਨਾ ਬਣਾਓ। ਮੈਂ ਬਲਟੋਆ ਸਾਹਿਬ, ਮੈਂ ਇੱਕ ਵਾਰੀ ਤੁਹਾਡੇ ਤੋਂ ਫਿਰ ਇਸੇ ਪੁਆਇੰਟ ਤੇ, ਤੁਹਾਨੂੰ ਨਹੀਂ ਲੱਗਦਾ ਕਿ ਗੱਲ ਹੋਣੀ ਚਾਹੀਦੀ ਹੈ? ਕਿਉਂਕਿ ਤੁਹਾਨੂੰ ਪਤਾ ਹੈ ਕਿ ਕੁਝ ਧਿਰਾਂ ਅਜਿਹੀਆਂ ਨੇ ਜਾਂ ਕੁਝ ਲੋਕ ਅਜਿਹੇ ਨੇ ਜੋ ਇਹ ਕਹਿੰਦੇ ਨੇ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੇ ਹਮਲਾ ਨਾ ਹੁੰਦਾ ਜੇਕਰ ਜਰਨੈਲ ਸਿੰਘ ਭਿੰਡਰਾਂ ਵਾਲੇ ਉੱਥੇ ਨਾ ਹੁੰਦੇ, ਜੋ ਕਿਸੇ ਹੋਰ ਥਾਂ ਤੇ ਹੁੰਦੇ ਤਾਂ ਉਹ ਹਮਲਾ ਉੱਥੇ ਨਾ ਹੁੰਦਾ। ਉਸ ਕੰਟੈਕਸਟ ਦੇ ਵਿੱਚ ਕੀ ਕਲੀਅਰ ਹੋਵੇ ਲੋਕਾਂ ਨੂੰ, ਜੇ ਤੁਸੀਂ ਜਨਰਲ ਸ਼ਵੇਕ ਸਿੰਘ ਦੇ ਪਰਿਵਾਰ ਦੇ ਨਾਲ ਜਾਂ ਅਕਾਲੀ ਦਲ ਜਾਂ ਐਸਜੀਪੀਸੀ ਗੱਲ ਕਰੇ ਕਿ ਕਿਹੜੇ ਤੱਥ ਨੇ ਤੁਹਾਡੇ ਕੋਲ, ਉੱਥੇ ਕੀ ਹੋਇਆ ਸੀ, ਜਾਂ ਫਿਰ ਜਨਰਲ ਸ਼ਵੇਕ ਸਿੰਘ ਤੋਂ ਕੀ ਜਾਣਕਾਰੀ ਮਿਲੀ ਸੀ, ਜਾਂ ਕੀ ਉਹਨਾਂ ਨੇ ਗੱਲਾਂ ਕਹੀਆਂ ਆਖਰੀ ਸਮੇਂ ਦੇ ਵਿੱਚ, ਉਹ ਲੋਕਾਂ ਦੇ ਸਾਹਮਣੇ ਆਉਣ। ਮੈਂ ਗੌਰਵ ਪਹਿਲੇ ਤੇ ਗੱਲ ਕਰਦਾ, ਜਨਰਲ ਸ਼ਵੇਕ ਸਿੰਘ ਸਾਡੇ ਵਿੱਚ ਰਹੇ ਨੇ ਜੀ, ਅਸੀਂ 3 ਤਰੀਕ ਸ਼ਾਮ ਤੱਕ ਇਕੱਠੇ ਰਹੇ ਹਾਂ। ਮੈਂ 2 ਦੀ ਤੁਹਾਨੂੰ ਕਹਾਣੀ ਦੱਸਤੀ, ਮੇਰਾ ਮੋਰਚਾ ਤਿਆਰ ਕਰਵਾਇਆ ਉਹਨਾਂ ਨੇ। ਬਾਕੀ ਮੈਂ ਗੱਲ ਦੱਸਾਂ, ਜਿਹੜੀ ਇੰਦਰਾ ਗਾਂਧੀ ਦੀ ਸੋਚ ਸੀਗੀ, ਜਿਹੜੀ ਮਾਨਸਿਕਤਾ ਸੀਗੀ, ਉਹ ਸਿੱਖਾਂ ਨੂੰ ਸਬਕ ਸਿਖਾਉਣ ਦੀ ਸੀ, ਸਿੱਖਾਂ ਦੀ ਨਸਲਕੁਸ਼ੀ ਦੀ ਸੀਗੀ, ਔਰ ਉਹ ਸਾਰਾ ਕੁਛ ਕਰਕੇ ਹਿੰਦੁਸਤਾਨ 'ਚ ਵੋਟਾਂ ਲੈਣ ਦੀ ਉਹਦੀ ਇੱਕ ਨੀਤੀ ਸੀਗੀ। ਔਰ ਤੁਸੀਂ ਇਹ ਦੱਸੋ, ਸ਼੍ਰੀ ਦਰਬਾਰ ਸਾਹਿਬ ਤੋਂ ਇਲਾਵਾ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ ਜਿਹੜੇ ਬਾਕੀ 38 ਗੁਰਦੁਆਰਾ ਤੇ ਹਮਲਾ ਕੀਤਾ ਹੈ, ਫੌਜ ਚੜ੍ਹੀ ਹੈ, ਪਟਿਆਲੇ ਦੇ ਵਿੱਚ ਸਿੰਘ ਸ਼ਹੀਦ ਕੀਤੇ ਨੇ, ਉੱਥੇ ਗੋਲੀ ਚਲਾ ਕੇ ਉਹੀ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਵੱਖ-ਵੱਖ ਗੁਰਦੁਆਰਿਆਂ ਦੇ ਉੱਤੇ 38 ਦੇ ਉੱਤੇ ਹਮਲਾ ਕੀਤਾ। ਉੱਥੇ ਸੰਤ ਬੈਠੇ ਸੀਗੇ, ਉੱਥੇ ਸੰਤ ਹੈਗੇ ਸੀਗੇ, ਉੱਥੇ ਕੀ ਲੱਗਾ ਦੇਗਾ ਸੀਗਾ। ਹਾਂਜੀ, ਇਸ ਕਰਕੇ ਜਿਹੜਾ ਆ ਉਹ ਇੱਕ ਗਿਣੀ ਮਿਥੀ ਸਾਜ਼ ਦੇ ਤਹਿਤ ਇਹ ਸਾਰਾ ਕੁਛ ਹੋਣਾ ਹੀ ਸੀਗਾ। ਹਾਂਜੀ, ਨਾ ਤੇ ਇਹ ਦੇਖੋ, ਤੁਸੀਂ ਦੇਖੋ ਯਕਦਮ 1 ਤਰੀਕ ਨੂੰ ਗੋਲੀ ਚਲਾਈ ਜਾਂਦੀ ਆ, ਉਸ ਤੋਂ ਬਾਅਦ ਉਸ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਯਕਦਮ 1 ਤਰੀਕ ਨੂੰ ਗੋਲੀ ਚਲਾਈ ਜਾਂਦੀ ਆ, ਇੱਕ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਜਾਂਦਾ ਆ, ਬਾਹਰ ਨਿਕਲਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਜਾਂਦੇ ਆ। ਹਾਂਜੀ,
ਇਹ ਕੋਈ ਆਜ਼ਾਦ ਹਿੰਦੁਸਤਾਨ ਦਾ ਹੈ, ਇੱਕ ਡੈਮੋਕ੍ਰੈਟਿਕ ਦੇਸ਼ ਦਾ ਹੈ? ਉਹਨਾਂ ਲੋਕਾਂ ਦੇ ਉੱਤੇ ਹਮਲਾ, ਉਹਨਾਂ ਦੇ ਸਭ ਤੋਂ ਪਵਿੱਤਰ ਸਥਾਨ ਤੇ ਹਮਲਾ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕੀਤਾ ਹੋਵੇ। ਠੀਕ ਹੈ ਵਲਟੋਆ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਲਾਜ਼ਮੀ ਤੌਰ ਤੇ ਇੱਕ ਵੱਡੀ ਸਟੇਟਮੈਂਟ ਤਾਂ ਜ਼ਰੂਰ ਹੈ, ਪਰ ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਇਸ ਦੇ ਪਿੱਛੇ ਸੋਲਿਡ ਤੱਥ ਕੀ ਨੇ, ਕਿਉਂਕਿ ਐਸਜੀਪੀਸੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ, ਉਹ ਚਾਹੇ ਗੁਰਚਰਨ ਸਿੰਘ ਗਰੇਵਾਲ ਜੀ ਜਨਰਲ ਸਕੱਤਰ ਐਸਜੀਪੀਸੀ ਦੇ ਜੁੜੇ ਹੋਣ, ਉਹ ਜ਼ਿਕਰ ਕਰ ਰਹੇ ਹੋਣ, ਜਾਂ ਫਿਰ ਵਿਰਸਾ ਸਿੰਘ ਵਲਟੋਹਾ ਜੀ, ਔਰ ਇਨਫੈਕਟ ਇਹ ਦੋਵੇਂ ਆਗੂ ਇਹ ਵੀ ਜ਼ਿਕਰ ਕਰਦੇ ਨਜ਼ਰ ਆਏ ਕਿ ਜੂਨ 1984 ਦੇ ਵਿੱਚ ਜਦੋਂ ਪਹਿਲੇ ਹਫ਼ਤੇ 'ਚ ਜੂਨ ਦੇ ਇਹ ਪੂਰਾ ਘਟਨਾਕ੍ਰਮ ਅੰਮ੍ਰਿਤਸਰ ਦੇ ਵਿੱਚ ਹੋਇਆ ਤਾਂ ਉੱਥੇ ਉਹ ਮੌਜੂਦ ਸਨ। ਇਨਫੈਕਟ ਵਿਰਸਾ ਸਿੰਘ ਵਲਟੋਹਾ ਜੀ ਨੇ ਜ਼ਿਕਰ ਕੀਤਾ ਕਿ ਉੱਥੇ 1 ਜੂਨ 2 ਜੂਨ ਜਾਂ 3 ਜੂਨ ਨੂੰ ਜਿਸ ਤਰੀਕੇ ਨਾਲ ਮੋਰਚਾਬੰਦੀ ਹੋ ਰਹੀ ਸੀ ਉਹ ਲਗਾਤਾਰ ਉੱਥੇ ਸੀ। ਹੁਣ ਸਵਾਲ ਇਹੀ ਹੈ ਕਿ ਜੇਕਰ ਸ਼ਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਦਾਅਵਾ ਕਰ ਰਹੇ ਨੇ ਤਾਂ ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ, ਕਿ ਬਾਕੀ ਉਹਨਾਂ ਦੇ ਕੋਲ ਕੋਈ ਤੱਥ ਹੈਗੇ ਨੇ? ਕਿਉਂਕਿ ਇਹ ਵੀ ਪੁੱਛਿਆ ਗਿਆ ਕਿ ਤੁਹਾਡੇ ਕੋਲ ਕੋਈ ਰਿਕਾਰਡ ਹੈ ਕਿ ਜਿਸ ਦੇ ਉੱਤੇ ਜ਼ਿਕਰ ਹੋ ਰਿਹਾ ਹੋਵੇ ਜਾਂ ਜਿਸ ਦੇ ਉੱਤੇ ਗੱਲ ਹੋ ਰਹੀ ਹੋਵੇ ਜਾਂ ਜਿਸ ਦੇ ਉੱਤੇ ਤੁਸੀਂ ਸਟੇਟਮੈਂਟ ਦੇ ਰਹੇ ਹੋਵੋ ਕਿ ਜਿਹੜੇ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਉਹ ਬਾਹਰ ਆਉਣਾ ਚਾਹੁੰਦੇ ਸੀ, ਅਕਾਲ ਤਖਤ ਛੱਡਣਾ ਚਾਹੁੰਦੇ ਸੀ, ਤੇ ਇਸ ਦਾ ਵੀ ਕੀ ਮਤਲਬ ਹੈ ਕਿ ਛੱਡਣਾ ਚਾਹੁੰਦੇ ਸੀ, ਉਹ ਕਿਤੇ ਹੋਰ ਜਾਣਾ ਚਾਹੁੰਦੇ ਸੀ, ਜਾਂ ਉਹ ਚਾਹੁੰਦੇ ਸੀ ਕਿ ਉਹਨਾਂ ਨੂੰ ਉੱਥੋਂ ਆਰਮੀ ਨਿਕਲਣ ਦੀ ਥਾਂ ਦੇ ਦੇਵੇ, ਕਿਉਂਕਿ ਆਰਮੀ ਨੇ ਤਾਂ ਪੂਰਾ ਇੱਕ ਤਰੀਕੇ ਨਾਲ ਉਸ ਸਮੇਂ ਉੱਥੇ ਘੇਰਾ ਪਾਇਆ ਹੋਇਆ ਸੀ। ਬਹੁਤ ਸੈਂਸਿਟਿਵ ਇਸ਼ੂ ਹੈ ਜਾਂ ਬਹੁਤ ਸੈਂਸਿਟਿਵ ਮੁੱਦਾ ਰਿਹਾ ਹੈ ਪੰਜਾਬ ਦੇ ਲਈ 1984 ਦਾ ਘਟਨਾਕ੍ਰਮ। ਇਸ ਕਰਕੇ ਅਸੀਂ ਵੀ ਇਹ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਵੀ ਤੁਹਾਡੇ ਤੱਕ ਅਜਿਹੀ ਕੋਈ ਜਾਣਕਾਰੀ ਜਾਂ ਖਬਰ ਪਹੁੰਚਾਈਏ ਤਾਂ ਉਸਦੀ ਸੰਵੇਦਨਸ਼ੀਲਤਾ ਨੂੰ, ਉਸਦੀ ਸੰਜੀਦਗੀ ਨੂੰ ਬਖੂਬੀ ਤੁਹਾਡੇ ਸਾਹਮਣੇ ਰੱਖੀਏ ਔਰ ਸਮਝੀਏ ਖੁਦ ਵੀ। ਤਾਂ ਕਿਉਂਕਿ ਬੇਅੰਤ ਸਿੰਘ ਜਨਰਲ ਸ਼ਬੇਗ ਸਿੰਘ ਦੇ ਭਰਾ ਨੇ ਔਰ ਸਕੇ ਭਰਾ ਨੇ, ਕੋਈ ਕਜ਼ਨ ਬ੍ਰਦਰ ਨਹੀਂ ਹੈ ਬਲਕਿ ਸਕੇ ਭਰਾ ਨੇ। 4 ਭਰਾ ਜਨਰਲ ਸ਼ਬੇਗ ਸਿੰਘ ਹੋਰੀ ਸੀ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਛੋਟੇ ਨੇ ਬੇਅੰਤ ਸਿੰਘ, ਜਿਨ੍ਹਾਂ ਨੇ ਨਿਊਜ਼ 18 ਪੰਜਾਬ ਦੇ ਨਾਲ ਗੱਲਬਾਤ ਕੀਤੀ ਔਰ ਜਿਸ ਦੇ ਵਿੱਚ ਇਹ ਖੁਲਾਸਾ ਕੀਤਾ, ਜ਼ਿਕਰ ਕੀਤਾ ਉਹਨਾਂ ਨੇ ਕਿ ਜਨਰਲ ਸ਼ਬੇਗ ਸਿੰਘ ਦੇ ਹਵਾਲੇ ਤੋਂ ਇੱਕ ਤਰੀਕੇ ਨਾਲ ਉਹਨਾਂ ਨੇ ਇਹ ਵੀ ਤੱਥ ਰੱਖੇ ਕਿ 3 ਤਰੀਕ ਨੂੰ ਜਦੋਂ ਬਾਹਰ ਆਏ ਨੇ ਉਸ ਤੋਂ ਪਹਿਲਾਂ ਇਹ ਜ਼ਿਕਰ ਹੋਇਆ। ਹੁਣ ਕਿਉਂਕਿ ਮੈਂ ਜ਼ਿਕਰ ਕੀਤਾ ਸੀ ਕਿ 3 ਤਰੀਕ ਨੂੰ ਉਹ ਬਾਹਰ ਆਏ ਨੇ, ਹੁਣ ਇਹ ਜ਼ਰੂਰ ਇੰਪੋਰਟੈਂਟ ਪੁਆਇੰਟ ਹੈ ਕਿ ਬੇਅੰਤ ਸਿੰਘ ਜਿਹੜਾ 3 ਤਰੀਕ ਦਾ ਜ਼ਿਕਰ ਕਰ ਰਹੇ ਨੇ ਕਿ ਜਿਹੜੀ ਬਿਆਨ ਦਿੱਤਾ ਗਿਆ ਜਾਂ ਫਿਰ ਜਿਹੜੀ ਜ਼ਿਕਰ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕੀਤੀ ਜਾਂ ਗੱਲ ਕੀਤੀ, ਉਹ 1 ਤਰੀਕ ਨੂੰ ਕੀਤੀ, 2 ਤਰੀਕ ਨੂੰ ਕੀਤੀ ਜਾਂ 3 ਤਰੀਕ ਨੂੰ ਕਹੀ ਗੱਲ ਅਕਾਲ ਤਖਤ ਸਾਹਿਬ ਛੱਡ ਕੇ ਜਾਣ ਵਾਲੀ, ਜਾਂ ਕਦੋਂ ਕਹੀ, ਇਹ ਵੀ ਇੱਕ ਵੱਡਾ ਸਵਾਲ ਜ਼ਰੂਰ ਹੈ। ਖੈਰ ਉਸ ਦੇ ਨਾਲ ਜੁੜੇ ਕੋਈ ਤੱਥ, ਕਿਉਂਕਿ ਉਸ ਸਮੇਂ ਨਾ ਤਾਂ ਅੱਜ ਦੇ ਦੌਰ ਦੀ ਤਰ੍ਹਾਂ ਕੋਈ ਮੋਬਾਈਲ ਫੋਨ ਸੀ, ਕੋਈ ਵੀਡੀਓ ਬਣਾਉਣ ਦਾ ਕੋਈ ਸਾਧਨ ਸੀ, ਤਾਂ ਇਹ ਵੀ ਇੱਕ ਵੱਡਾ ਚੈਲੰਜ ਤਾਂ ਜ਼ਰੂਰ ਰਿਹਾ ਕਿ ਜਿਹੜੇ ਪ੍ਰਤੱਖਦਰਸ਼ੀ ਸੀ ਉਹੀ ਦੱਸ ਸਕਦੇ ਨੇ ਕਿ ਆਖਿਰ ਉੱਥੇ ਹੋਇਆ ਕੀ। ਵਿਰਸਾ ਸਿੰਘ ਵਲਟੋਹਾ ਜੀ ਇਸ ਦੇ ਉੱਤੇ ਸਵਾਲ ਜ਼ਰੂਰ ਚੱਕ ਰਹੇ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਜ਼ਿਕਰ ਹੋ ਰਿਹਾ ਕਿ ਇਨਫੈਕਟ ਜਿਹੜੀਆਂ ਕਿਤਾਬਾਂ ਪਿਛਲੇ ਕੁਝ ਸਮੇਂ ਦੇ ਵਿੱਚ ਛਪੀਆਂ ਨੇ 1984 ਦੇ ਮੁੱਦੇ ਉੱਤੇ, ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਹੋ ਸਕਦਾ ਤੁਸੀਂ ਵੀ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਣ, ਅੰਮ੍ਰਿਤਸਰ ਦਾ ਲਾਸਟ ਬੈਟਲ ਆਫ ਇੰਦਰਾ ਗਾਂਧੀ, ਅੰਮ੍ਰਿਤਸਰ ਜਿਹੜੀ ਮਾਰਕਲੀ ਨੇ ਲਿਖੀ, ਬਹੁਤ ਸਾਰੀਆਂ ਬੁੱਕਸ ਦਾ ਜ਼ਿਕਰ ਹੁੰਦਾ ਹੈ ਆਮ ਤੌਰ ਤੇ ਜਦੋਂ ਅਸੀਂ 1984 ਦਾ ਜ਼ਿਕਰ ਕਰਦੇ ਹਾਂ ਤਾਂ ਉਸ ਦੇ ਉੱਤੇ ਵੀ ਵਿਰਸਾ ਸਿੰਘ ਵਲਟੋਹਾ ਕੁਐਸਚਨ ਮਾਰਕ ਖੜਾ ਕਰਦੇ ਹੋਏ ਨਜ਼ਰ ਆਏ ਨੇ। ਖੈਰ ਤੱਥ ਜਿਹੜੇ ਪੇਸ਼ ਕਰਦੇ ਨੇ ਇਤਿਹਾਸਕਾਰ, ਉਹਨਾਂ ਦੇ ਵੱਲੋਂ ਕੋਈ ਨਾ ਕੋਈ ਆਧਾਰ ਬਣਾਇਆ ਜਾਂਦਾ ਹੈ, ਕਿਸੇ ਦਾ ਬਿਆਨ ਲਿਆ ਜਾਂਦਾ, ਕਿਸੇ ਦੇ ਬਿਆਨ ਦੇ ਉੱਤੇ ਜ਼ਿਕਰ ਕੀਤਾ ਜਾਂਦਾ ਹੈ, ਤਾਂ ਕੁਝ ਇਸ ਤਰੀਕੇ ਨਾਲ ਬੇਅੰਤ ਸਿੰਘ ਦਾਅਵਾ ਕਰ ਰਹੇ ਨੇ ਕਿਉਂਕਿ ਪਰਿਵਾਰ ਦੇ ਮੈਂਬਰ ਨੇ, ਜਨਰਲ ਸ਼ਬੇਗ ਸਿੰਘ ਦੇ ਸਕੇ ਭਰਾ ਨੇ, ਇਸ ਕਰਕੇ ਉਹਨਾਂ ਦੀ ਸਟੇਟਮੈਂਟ ਸੋਲਿਡ ਜਾਂ ਕਹੀਏ ਕਿ ਤੁਸੀਂ ਅਹਿਮ ਤਾਂ ਜ਼ਰੂਰ ਹੋ ਜਾਂਦੀ ਹੈ। ਹੁਣ ਐਸਜੀਪੀਸੀ ਵੀ ਇਸ ਨੂੰ ਨਕਾਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ। ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ ਬਿਆਨ ਦਿੱਤਾ ਗਿਆ ਜਨਰਲ ਸ਼ਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਹੋਰਾਂ ਦੇ ਵੱਲੋਂ। ਟਾਈਮ ਸੀਗਾ ਜਿਹੜਾ ਅੰਤਲਾ ਸਮਾਂ ਸੀ ਭਿੰਡਰਾਂ ਵਾਲਿਆਂ ਦਾ, ਹਾਂਜੀ, ਉਸ ਵੇਲੇ ਦੋਨਾਂ ਦੀ ਮੁਲਾਕਾਤ ਹੁੰਦੀ ਰਹੀ ਹੈ। ਉਹਨਾਂ 3-4 ਥੋੜੇ ਦਿਨ ਪਹਿਲਾਂ ਹੋਈ ਆ ਅਕਾਲ ਤਖਤ ਸਾਹਿਬ ਤੇ, ਜਦੋਂ ਇਹਨਾਂ ਮੀਟਿੰਗ ਹੋਈ ਆ ਕਿ ਆਪਾਂ ਇੱਥੋਂ ਛੱਡ ਜਾਂਦੇ ਆ ਤੇ ਅਕਾਲ ਤਖਤ ਸਾਹਿਬ ਤੇ ਜਾਂ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਣਾ ਚਾਹੀਦਾ। ਉਦੋਂ ਇਹ ਗੱਲ ਹੋਈ ਹੈ, ਔਨ ਰਿਕਾਰਡ ਹੈ ਗੱਲ ਕਿਤੇ? ਰਿਕਾਰਡ ਕੋੜਾ ਕਰਦਾ ਜੇ ਜਿਹਨਾਂ ਕਰਨਾ ਐਸਜੀਪੀਸੀ ਵਾਲੇ ਕਰਨਾ ਹੈ, ਕਿਉਂਕਿ ਇਹ ਗੱਲ ਬਹੁਤ ਵਾਰ ਬਾਹਰ ਨਹੀਂ ਆਈ ਕਿ ਭਿੰਡਰਾਂ ਵਾਲੇ ਇਸ ਗੱਲ ਲਈ ਸਹਿਮਤ ਸੀ ਕਿ ਅਸੀਂ ਅਕਾਲ ਤਖਤ ਤੋਂ ਚਲੇ ਜਾਂਦੇ ਹਾਂ ਇਸ ਥਾਂ ਤੋਂ। ਇਹ 'ਚ ਕੋਈ ਸ਼ੱਕ ਨਹੀਂ, ਇਹ ਸਹੀ ਗੱਲ ਹੈ। ਹਾਂ ਬਿਲਕੁਲ ਸਹੀ ਗੱਲ ਹੈ। ਕਿਉਂਕਿ ਅੱਜ ਤੱਕ ਇਹ ਪੰਜਾਬ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਿੰਡਰਾਂ ਵਾਲਿਆਂ ਦੇ ਉੱਥੇ ਹੋਣ ਕਰਕੇ ਹੀ ਅਟੈਕ ਹੋਇਆ। ਜੇ ਉੱਥੇ ਨਾ ਹੁੰਦੇ ਤਾਂ ਸ਼ਾਇਦ ਅਕਾਲ ਤਖਤ ਸਾਹਿਬ ਤੇ ਅਟੈਕ ਨਾ ਹੁੰਦਾ। ਉਹ ਨਹੀਂ ਚਾਹੁੰਦੇ ਤੇ ਅਟੈਕ ਹੋਵੇ, ਪਰ ਜਦੋਂ ਉਹਨਾਂ ਨੇ ਵੇਖਿਆ ਫੌਜਾਂ ਘੇਰਾ ਪੈ ਗਿਆ, ਸਭ ਕੁਝ ਹੋ ਗਿਆ, ਫਿਰ ਜਨਰਲ ਸਾਹਿਬ ਨੇ ਕਿਹਾ, ਉਹਨੇ ਆਖਿਆ ਸੰਤ ਜੀ ਇਹ ਸਭ ਕੁਝ ਹੋਣਾ। ਉਹ ਤੇ ਉਹਨੇ ਇਹ ਵੀ ਕਿਹਾ ਕਿ ਅਸੀਂ ਦਰਬਾਰ ਸਾਹਿਬ ਤੋਂ ਆਪਣਾ ਬੰਦੇ ਲੈ ਕੇ ਇੱਥੋਂ ਚਲੇ ਜਾਂਦੇ ਆ। ਕਿਹਨੇ ਕਿਹਾ? ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਦੋਂ ਅਕਾਲ ਤਖਤ ਸਾਹਿਬ ਦੇ ਇਹਨਾਂ ਦੀ ਮੀਟਿੰਗ ਹੁੰਦੀ ਆ। ਪਰ ਅੱਜ ਕੱਲ ਐਲੀਗੇਸ਼ਨ ਇਹੀ ਨੇ ਅੱਜ ਤੱਕ ਕਿ ਜੇ ਭਿੰਡਰਾਂ ਵਾਲੇ ਉੱਥੇ ਨਾ ਹੁੰਦੇ ਤਾਂ ਸ਼ਾਇਦ ਇਹ ਅਟੈਕ ਨਾ ਹੁੰਦਾ। ਸੰਤਾਂ ਨੇ ਇਹੋ ਕਿਹਾ ਨਾ, ਮਿਲ ਗਈ ਅਸੀਂ ਇੱਥੋਂ ਲੈ ਕੇ ਜਾਂਦੇ ਹਾਂ। ਜਨਰਲ ਸਾਹਿਬ ਨੇ ਕਿਹਾ ਵੀ ਸੰਤ ਜੀ ਇੱਥੇ ਲੜਾਈ ਹੋਣੀ ਹੈ, ਸਭ ਕੁਝ ਹੋਣਾ ਹੈ ਤੇ ਇਹ ਪੱਕਾ ਆ ਕਿ ਅਸੀਂ ਇੱਥੋਂ ਚੱਲ ਜਾਂਦੇ ਹਾਂ
ਦਰਬਾਰ ਸਾਹਿਬ ਅਟੈਕ ਨਹੀਂ ਹੋਣਾ ਚਾਹੀਦਾ। ਭਾਈ ਨੇ ਕਿਹਾ ਇਸ ਆਪਣੇ ਸੰਤ ਜੀ ਇਹ ਸਭ ਕੁਝ ਹੋਣਾ ਠੀਕ ਹੈ ਨਹੀਂ, ਸੰਤਾਂ ਨੇ ਆਖਿਆ ਅਸੀਂ ਚਲੇ ਜਾਣੇ, ਅਟੈਕ ਨਹੀਂ ਹੋਣਾ ਚਾਹੀਦਾ। ਤੇ ਵੱਡੀ ਖਬਰ ਦੇ ਉੱਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਪੂਰੀ ਇੰਟਰਵਿਊ ਜਲਦ ਨਿਊਜ਼ 18 ਪੰਜਾਬ ਦੇ ਉੱਤੇ ਤੁਸੀਂ ਸੁਣ ਸਕੋਗੇ। ਅੱਗੇ ਵਧਦੇ ਹਾਂ, ਕੁਝ ਹੋਰ ਅਹਿਮ ਖਬਰਾਂ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ। ਜ਼ਿਕਰ ਸਿੱਧੂ ਦਾ, ਸਿੱਧੂ ਬੇਸ਼ੱਕ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ, ਪਰ ਸਿਆਸੀ ਫਿਜ਼ਾਵਾਂ ਦੇ ਵਿੱਚ ਜ਼ਿਕਰ ਉਹਨਾਂ ਦਾ ਖੂਬ ਹੋ ਰਿਹਾ ਹੈ ਤੇ ਮੰਗ ਰਿਹਾਈ ਵਾਲੀ ਹੋ ਰਹੀ ਹੈ। ਹੁਣ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਵੀ ਮੁੱਖ ਮੰਤਰੀ ਨੂੰ ਅਪੀਲ ਕਰ ਦਿੱਤੀ ਹੈ, ਰਾਜਾ ਵੜਿੰਗ ਨੇ, ਕਿ ਸਿੱਧੂ ਦੀ ਰਿਹਾਈ ਬਾਰੇ ਜਲਦ ਵਿਚਾਰ ਕੀਤਾ ਜਾਵੇ। ਤਾਂ ਉਧਰ ਬੀਜੇਪੀ ਸਿੱਧੂ ਬਾਰੇ ਅਜੇ ਨਪਿਆ ਤੁਲਿਆ ਬਿਆਨ ਹੀ ਦੇ ਰਹੀ। ਨਵਜੋਤ ਸਿੱਧੂ ਦੇ ਸਮਰਥਕਾਂ ਨੂੰ ਉਮੀਦ ਸੀ ਕਿ ਸਿੱਧੂ 26 ਜਨਵਰੀ ਨੂੰ ਜੇਲ੍ਹ ਤੋਂ ਰਿਹਾ ਹੋਣਗੇ। ਇਸ ਨੂੰ ਲੈ ਕੇ ਤਿਆਰੀਆਂ ਵੀ ਜ਼ੋਰਾਂ ਤੇ ਸਨ, ਪਰ ਰਿਹਾਈ ਵਾਲੀ ਫਾਈਲ ਤੇ ਮੋਹਰ ਨਾ ਲੱਗ ਸਕੀ। ਉਸ ਵੇਲੇ ਕਈ ਕਾਂਗਰਸੀ ਆਗੂਆਂ ਨੇ ਸਿੱਧੂ ਨੂੰ ਰਿਹਾ ਕਰਨ ਦੀ ਮੰਗ ਕੀਤੀ, ਪਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਚੁੱਪ ਹੀ ਰਹੇ। ਤੇ ਹੁਣ ਜਦੋਂ 26 ਜਨਵਰੀ ਲੰਘ ਚੁੱਕੀ ਹੈ ਤੇ ਹੁਣ ਕੈਬਨਿਟ ਨੇ 5 ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਲਿਆ ਹੈ। ਹਾਲਾਂਕਿ ਸੂਚੀ ਦੇ ਵਿੱਚ ਸਿੱਧੂ ਦਾ ਨਾਮ ਨਹੀਂ ਹੈ, ਪਰ ਇਸ ਦੇ ਵਿਚਾਲੇ ਹੁਣ ਰਾਜਾ ਵੜਿੰਗ ਨੇ ਸੀਐਮ ਮਾਨ ਨੂੰ ਅਪੀਲ ਕੀਤੀ ਹੈ ਕਿ ਸਿੱਧੂ ਦੀ ਰਿਹਾਈ ਬਾਰੇ ਜਲਦ ਵਿਚਾਰ ਕੀਤਾ ਜਾਵੇ। ਰਾਜਾ ਵੜਿੰਗ ਨੇ ਟਵੀਟ ਕਰਦੇ ਲਿਖਿਆ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਨੂੰ ਸਮੇਂ ਤੋਂ ਪਹਿਲਾਂ ਰਿਹਾ ਕੀਤਾ ਜਾਵੇ। ਨਿਆਂ ਦੇ ਮਾਮਲੇ ਨੂੰ ਪੱਖਪਾਤ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ। ਆਖਿਰ ਰਾਜਾ ਵੜਿੰਗ ਦੀ ਜੇਲ੍ਹ ਦੇ ਵਿੱਚ ਸਿੱਧੂ ਦੇ ਨਾਲ ਹੁਣ ਤੱਕ ਮੁਲਾਕਾਤ ਕਿਉਂ ਨਹੀਂ ਹੋ ਸਕੀ, ਇਸ ਤੇ ਵੀ ਰਾਜਾ ਵੜਿੰਗ ਨੇ ਸਫਾਈ ਦਿੱਤੀ ਹੈ। ਇਹ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ 2 ਵਾਰੀ 3 ਵਾਰੀ ਉਹਨਾਂ ਨੂੰ ਮੁਲਾਕਾਤ ਕਰਨ ਵਾਸਤੇ ਗਿਆ ਸੀਗਾ। ਉਦੋਂ ਮੇਰੇ ਖਿਆਲ ਉਹਨਾਂ ਨੇ ਮੌਨ ਵਗੈਰਾ ਕੋਈ ਉਹਨਾਂ ਨੇ ਮੈਨੂੰ ਸੁਪਰੀਟੈਂਡੈਂਟ ਨੇ ਕਿਹਾ ਔਨ ਰਿਕਾਰਡ ਮੈਂ ਮੁਲਾਕਾਤ ਮੇਲ ਦੇ ਰਾਹੀਂ ਉਹਨਾਂ ਨੂੰ ਭੇਜਿਆ। ਉਦੋਂ ਉਹਨਾਂ ਦੇ ਮੇਰੇ ਖਿਆਲ ਕੋਈ ਵਰਤ ਚੱਲ ਰਹੀ ਸੀ ਕਿ ਮੌਨ ਚੱਲ ਰਿਹਾ, ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਮੁਲਾਕਾਤ ਨਹੀਂ ਹੋ ਸਕਦੀ। ਔਰ ਮੈਨੂੰ ਕੋਈ ਕਿਸੇ ਨਾਲ ਮੁਲਾਕਾਤ ਕਾਂਗਰਸ ਪਰਿਵਾਰ ਦੇ ਕਿਸੇ ਵੀ ਵਿਅਕਤੀ ਨਾਲ, ਚਾਹੇ ਉਹ ਸਿੱਧੂ ਸਾਹਿਬ ਹੈ ਚਾਹੇ ਕੋਈ ਹੋਰ ਵਿਅਕਤੀ ਹੈ, ਮੈਨੂੰ ਮੁਲਾਕਾਤ ਕਰਨ ਚ ਕੋਈ ਗੁਰੇਜ਼ ਨਹੀਂ ਹੈ। ਦੂਜੀ ਗੱਲ, ਕਈ ਵਾਰੀ ਕੋਈ ਵਿਅਕਤੀ ਕਿਤੇ ਨਹੀਂ ਪਹੁੰਚਦਾ ਜਾਂ ਨਹੀਂ ਮੁਲਾਕਾਤ ਹੁੰਦੀ, ਇਹਦਾ ਮਤਲਬ ਇਹ ਨਹੀਂ ਹੈ ਵੀ ਉਹਦੇ ਕਿਸੇ ਦੇ ਮਤਭੇਦ ਹੈ। ਉਧਰ ਕਾਂਗਰਸ ਆਗੂ ਰਜਿੰਦਰ ਕੌਰ ਭੱਠਲ ਨੇ ਸਿੱਧੂ ਦੀ ਰਿਹਾਈ ਨਾ ਹੋਣ ਨੂੰ ਲੈ ਕੇ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਭੱਠਲ ਨੇ ਕਿਹਾ ਕਿ सिद्धू नाल बेइंसाफी हुई है। जो उन्होंने अखबारों में देखा या आपके मीडिया के जरिए सुना कि सीएम साहब ने बाहर से आते हुए बॉम्बे से एक फाइल फटाफट वो अपने पास मंगवा ली। क्या राज है उसमें? कहीं ये डर था कि कोई और निकाल ना दे, ये इनजस्टिस हुआ है। इसके ऊपर उनको सिद्धू का पूरा हो गया, सबको सजा कर दी है और हमेशा होता है ऐसे। 15 अगस्त और 26 जनवरी वो करते हैं, उनको करना चाहिए। ਕਾਂਗਰਸੀ ਆਗੂ ਸਿੱਧੂ ਦੀ ਰਿਹਾਈ ਮੰਗ ਰਹੇ ਨੇ, ਜਦਕਿ ਬੀਜੇਪੀ ਆਗੂ ਸੁਨੀਲ ਜਾਖੜ ਸਿੱਧੂ ਦੇ ਏਜੰਡੇ ਦੇ ਮੁਰੀਦ ਬਣੇ ਹੋਏ ਨਜ਼ਰ ਆ ਰਹੇ ਨੇ। ਮੈਂ ਤਾਂ ਪਹਿਲੇ ਦਿਨ ਕਿਹਾ ਸੀ ਵੀ ਚਾਹੇ ਉਹ 26 ਜਨਵਰੀ ਨੂੰ ਆ ਜਾਣ, ਚਾਹੇ ਉਹ ਮਾਰਚ ਐਂਡ ਦੇ ਵਿੱਚ ਆ ਜਾਣ, ਜਿੱਦਣ ਆ ਜਾਣਗੇ ਅਗਰ ਉਹ ਏਜੰਡਾ ਲੈ ਕੇ ਚੱਲਦੇ ਐ ਤਾਂ ਤੁਸੀਂ ਦੇਖਿਓ ਵੀ ਇਹਨਾਂ ਲੀਡਰਾਂ ਦਾ ਬਣਦਾ ਕੀ ਹੈ ਜਿਹੜੇ ਅੱਜ ਇੱਥੇ ਆਪਣੇ ਚਿੱਟੇ ਲੀੜੇ ਪਾ ਕੇ ਤੇ ਆਪਣੇ ਆਪ ਨੂੰ ਫਰਜ਼ੀ ਲੀਡਰ ਐਸਟੈਬਲਿਸ਼ ਕਰ ਰਹੇ, ਇਹਨਾਂ ਦਾ ਬਣਦਾ ਕੀ ਹੈ। ਕਾਂਗਰਸ ਲੱਗਦਾ ਕਿ ਇੱਕ ਪਾਸੇ ਹੋ ਜਾਏਗੀ ਫਿਰ ਸਿੱਧੂ। ਕਾਂਗਰਸ ਇੱਕ ਪਾਸੇ ਨਹੀਂ, ਸਭ ਦੇਖੋ ਮੈਂ ਨਹੀਂ ਪਤਾ ਕਿਸੇ ਦਾ ਕੀ ਹੈ, ਪਰ ਉਹਨਾਂ ਦਾ ਜਿਹੜਾ ਏਜੰਡਾ ਸੀਗਾ ਵੀ ਕਰਪਸ਼ਨ ਦੇ ਖਿਲਾਫ, ਜਿਸ ਕਰਕੇ ਸਾਰੀ ਕਾਂਗਰਸ ਅੱਜ ਉਹਨਾਂ ਤੋਂ ਬਾਹਰ ਬੈਠੀ ਡਰੀ ਆ ਰਹੀ ਹੈ। ਜਿਹੜੇ ਲੀਡਰ ਕਾਂਗਰਸ ਦੇ ਡਰ ਰਹੇ ਹੈ ਵੀ ਉਹ ਬਾਹਰ ਆ ਗਏ ਤਾਂ ਸਾਡੇ ਮਗਰ ਚੱਲ ਪੈਣਗੇ, ਉਹ ਇਸ ਗੱਲ ਦਾ ਜਵਾਬ ਬਿਹਤਰ ਦੇ ਸਕਦੇ ਹਨ। ਫਿਲਹਾਲ ਜ਼ਿਆਦਾ ਸੰਭਾਵਨਾ ਤਾਂ ਇਹੀ ਹੈ ਕਿ ਸਿੱਧੂ ਹੁਣ ਸਜ਼ਾ ਪੂਰੀ ਕਰਕੇ ਹੀ ਬਾਹਰ ਆਉਣਗੇ, ਪਰ ਕਾਂਗਰਸੀਆਂ ਵੱਲੋਂ ਮੰਗ ਸਰਕਾਰ ਤੱਕ ਪਹੁੰਚਾਈ ਜਾ ਰਹੀ ਹੈ। ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਜਿਹੜੇ ਕਾਂਗਰਸੀ ਸਿੱਧੂ ਬਾਰੇ ਜ਼ਿਆਦਾ ਕੁਝ ਬੋਲਣ ਤੋਂ ਗੁਰੇਜ਼ ਹੀ ਕਰਦੇ ਸਨ, ਹੁਣ ਉਹ ਖੁੱਲ੍ਹ ਕੇ ਬੋਲ ਵੀ ਰਹੇ ਨੇ ਤੇ ਰਿਹਾਈ ਦੀ ਵੀ ਮੰਗ ਕਰ ਰਹੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਲੀਬੀਆ ਦੇ ਵਿੱਚ 12 ਨੌਜਵਾਨ ਫਸ ਗਏ ਨੇ ਭਾਰਤ ਦੇ, ਤੇ ਉਹਨਾਂ ਦੇ ਵਿੱਚੋਂ ਕਰੀਬ 9 ਨੌਜਵਾਨ ਪੰਜਾਬ ਦੇ ਨੇ। ਇਹ ਵੱਡੀ ਖਬਰ ਹੈ। ਰੋਪੜ ਜ਼ਿਲ੍ਹੇ ਦੇ ਹੀ 7 ਨੌਜਵਾਨ ਨੇ ਔਰ ਹਿਮਾਚਲ ਤੇ ਬਿਹਾਰ ਦਾ ਵੀ ਇੱਕ ਨੌਜਵਾਨ ਦੱਸਿਆ ਜਾ ਰਿਹਾ ਔਰ ਇਲਜ਼ਾਮ ਲੱਗ ਰਹੇ ਨੇ ਕਿ ਟਰੈਵਲ ਏਜੰਟ ਦੀ ਇਹ ਠੱਗੀ ਦਾ ਸ਼ਿਕਾਰ ਹੋਏ ਨੇ। ਪਰਿਵਾਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਰੋਪੜ ਦੇ ਵਿਧਾਇਕ ਦਿਨੇਸ਼ ਚੱਡਾ ਨੂੰ ਵੀ ਇਹ ਪਰਿਵਾਰ ਮਿਲੇ। ਲੀਬੀਆ ਦੇ ਵਿੱਚ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਮੰਗ ਹੋ ਰਹੀ ਹੈ ਤੇ ਕਾਬਿਲੇ ਗੌਰ ਹੈ ਜੋ ਇਲਜ਼ਾਮ ਪਰਿਵਾਰ ਲਗਾ ਰਹੇ ਨੇ ਕਿ ਇੱਕ ਸੀਮੈਂਟ ਫੈਕਟਰੀ ਦੇ ਵਿੱਚ ਕੰਮ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਦਿੱਲੀ ਦੇ ਕੁਝ ਏਜੰਟਾਂ ਦੇ ਵੱਲੋਂ, ਤੇ ਉਸ ਤੋਂ ਬਾਅਦ ਉੱਥੇ ਪਹੁੰਚਾ ਦਿੱਤਾ ਗਿਆ ਲੀਬੀਆ ਦੇ ਵਿੱਚ, ਤੇ ਉੱਥੇ ਉਹਨਾਂ ਨੂੰ ਬੰਦਕ ਬਣਾ ਲਿਆ ਗਿਆ। ਹਾਲ ਅਜਿਹੇ ਨੇ ਕਿ ਉਹਨਾਂ ਨੂੰ ਗੇਟ ਤੱਕ ਜਾਣ ਦੀ ਇਜਾਜ਼ਤ ਨਹੀਂ ਹੈ, ਬਸ ਕਮਰੇ ਦੇ ਵਿੱਚ ਬੰਦਕ ਬਣਾਇਆ ਗਿਆ, ਕੰਮ ਕਰਵਾਇਆ ਜਾਂਦਾ ਹੈ
ਔਰ ਨੌਜਵਾਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਜਿਸ ਦੇ ਜ਼ਰੀਏ ਉਹ ਆਪਣੇ ਦਰਦ ਨੂੰ ਬਿਆਨ ਕਰ ਰਹੇ ਨੇ। ਪਾਣੀ ਨਹੀਂ ਹੈ ਜੀ, ਰੋਟੀ ਨਹੀਂ ਹੈਗੀ ਖਾਣ ਨੂੰ ਜੀ, ਗੇਟ ਤੋਂ ਬਾਹਰ ਨਹੀਂ ਜਾਣ ਦਿੰਦੇ ਜੀ। ਅਸੀਂ ਘਰਾਂ ਨੂੰ ਜਾਣ ਨੂੰ ਕਹੇ ਵੀ ਸਾਨੂੰ ਇੰਡੀਆ ਭੇਜ ਦਿਓ ਤਾਂ ਕਹਿੰਦੇ ਵੀ $3000 ਦੇਣਾ ਪੈਣਾ ਜੀ ਤਾਂ ਤੁਹਾਨੂੰ ਵਾਪਸ ਭੇਜਣਾ। ਸਾਡੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਅੱਗੇ ਬੇਨਤੀ ਹੈ ਕਿ ਸਾਨੂੰ ਛੇਤੀ ਤੋਂ ਛੇਤੀ ਇੱਥੇ ਤੋਂ ਆਪਣੇ ਘਰਾਂ ਨੂੰ ਬੁਲਾਇਆ ਜਾਵੇ ਜੀ। ਪੀਣ ਨੂੰ ਪਾਣੀ ਨਹੀਂ ਹੈ ਜੀ, ਰੋਟੀ ਨਹੀਂ ਹੈਗੀ ਖਾਣ ਨੂੰ ਜੀ, ਗੇਟ ਤੋਂ ਬਾਹਰ ਨਹੀਂ ਜਾਣ ਦਿੰਦੇ ਜੀ। ਅਸੀਂ ਘਰਾਂ ਨੂੰ ਜਾਣ ਨੂੰ ਕਹੇ ਵੀ ਸਾਨੂੰ ਇੰਡੀਆ ਭੇਜ ਦਿਓ ਤਾਂ ਕਹਿੰਦੇ ਵੀ $3000 ਦੇਣਾ ਪੈਣਾ ਜੀ ਤਾਂ ਤੁਹਾਨੂੰ ਵਾਪਸ ਭੇਜਣਾ। ਸਾਡੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਅੱਗੇ ਬੇਨਤੀ ਹੈ ਕਿ ਸਾਨੂੰ ਛੇਤੀ ਤੋਂ ਛੇਤੀ ਇੱਥੇ ਤੋਂ ਆਪਣੇ ਘਰਾਂ ਨੂੰ ਬੁਲਾਇਆ ਜਾਵੇ ਜੀ। ਮੇਰਾ ਬੇਟਾ ਹੈ ਬਾਹਰ, ਸਤਵੀਰ ਸਿੰਘ। ਕਦੋਂ ਗਿਆ ਸੀ? 4 ਜਨਵਰੀ ਦਾ ਗਿਆ ਜੀ ਬਾਹਰ, ਤੇ ਉਹਨਾਂ ਦੀ ਯਾਨੀ ਕਿ ਸਾਡੇ ਨਾਲ ਹੁਣ ਹਫ਼ਤੇ ਤੋਂ ਉੱਪਰ ਤਾਂ ਮੇਰੇ ਨਾਲ ਤੇ ਮੇਰੇ ਬੇਟੇ ਦੀ ਇੱਕ ਵਾਰੀ ਵੀ ਨਹੀਂ ਗੱਲ ਹੋਇਆ ਕਰਦੀ। ਕਿ ਜਦੋਂ ਲਾਸਟ ਟਾਈਮ ਗੱਲ ਹੋਈ ਕੀ ਕਹਿੰਦਾ ਸੀ? ਮੇਰੀ ਸ਼ੁੱਕਰਵਾਰੀ ਗੱਲ ਹੋਈ ਸੀ ਪਹਿਲੇ ਲਾਸਟ ਟਾਈਮ, ਅੱਜ 8 ਦਿਨ ਹੋ ਗਏ ਬੱਚੇ ਨਾਲ। ਉਹ ਕਹਿੰਦਾ ਮਾਤਾ ਅਸੀਂ ਠੀਕ ਹੈ, ਬਸ ਕਹਿੰਦਾ ਸਾਨੂੰ ਡਰਾ ਕੇ ਧਮਕਾ ਕੇ ਰੱਖਿਆ ਕਰਦੇ ਇੱਥੇ। ਮੇਰੇ ਹਸਬੰਡ ਗਏ ਵੇ। ਕਿੰਨਾ ਦਿਨ ਹੋ ਗਏ ਗਿਆ ਨੂੰ? 15 ਦਿਨ ਹੋ ਗਏ ਨੇ ਗਏ ਵੇ। ਕੀ ਲੱਗਦਾ ਹੁਣ ਤੁਹਾਡੇ ਨਾਲ ਕਿਆ ਉਹਨਾਂ ਦੀ ਗੱਲਬਾਤ ਹੁੰਦੀ ਹੈ? ਗੱਲਬਾਤ ਕੋਈ ਵੀ ਨਹੀਂ ਹੁੰਦੀ ਸਾਡੇ ਨਾਲ। ਅੱਛਾ ਜੀ। ਨਾ ਉਹਦੇ ਕੋਲ ਖਾਣਾ ਨਾ ਕੁਛ, ਸਾਡੇ ਛੋਟੇ ਬच्चे है, उन्हें जिद्दा मर्जी करके सानू बुलाओ, जिद्दा मर्जी करके। तो यही बेनती है कि इन्हों सही सलामत घरे पहुंचाया जाए किसी तरीके नाल। हथ जोड़ के बेनती है सरकार अगे है जी। ਤਾਂ ਲੀਬੀਆ ਦੇ ਵਿੱਚ ਜਿਹੜੇ 12 ਨੌਜਵਾਨ ਫਸੇ ਹੋਏ ਨੇ ਉਹਨਾਂ ਨੂੰ ਲੈ ਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਹੋਰਾਂ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ। ਹਰਜੋਤ ਬੈਂਸ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਵਿਦੇਸ਼ ਮੰਤਰੀ ਜੈਸ਼ੰਕਰ ਜੀ ਤੁਰੰਤ ਸਹਾਇਤਾ ਦੀ ਜ਼ਰੂਰਤ ਹੈ। ਉਹਨਾਂ ਨੂੰ ਟੈਗ ਕਰਦੇ ਹੋਏ ਟਵਿੱਟਰ ਦੇ ਜ਼ਰੀਏ ਆਪਾਂ ਟੈਗ ਕਰ ਸਕਦੇ ਹੁੰਦੇ ਆ। ਤਾਂ ਦੇਸ਼ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਟੈਗ ਕਰਦੇ ਹੋਏ ਉਹਨਾਂ ਨੇ ਲਿਖਿਆ ਕਿ ਜੈਸ਼ੰਕਰ ਜੀ ਫੌਰਨ ਸਹਾਇਤਾ ਦੀ ਜ਼ਰੂਰਤ ਹੈ। ਪੰਜਾਬ ਦੇ 12 ਨੌਜਵਾਨ ਟਰੈਵਲ ਏਜੰਟ ਦੀ ਠੱਗੀ ਕਰਕੇ ਲੀਬੀਆ ਦੇ ਵਿੱਚ ਇੱਕ LCC ਸੀਮੈਂਟ ਫੈਕਟਰੀ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਦੇ ਵਿੱਚ 7 ਨੌਜਵਾਨ ਰੋਪੜ ਜ਼ਿਲ੍ਹੇ ਦੇ ਨੇ ਅਤੇ ਇੱਕ ਨੌਜਵਾਨ ਹਿਮਾਚਲ ਅਤੇ ਬਿਹਾਰ ਦਾ ਵੀ ਹੈ ਕਿ ਉਹਨਾਂ ਨੂੰ ਉੱਥੋਂ ਕੱਢਣ ਦੇ ਵਿੱਚ ਮਦਦ ਕੀਤੀ ਜਾਵੇ। ਉਹਨਾਂ ਨੂੰ ਬੰਦਕ ਬਣਾ ਕੇ ਉੱਥੇ ਰੱਖਿਆ ਗਿਆ ਹੈ। ਹਰਜੋਤ ਬੈਂਸ ਨੇ ਟਵੀਟ ਕੀਤਾ ਤੇ ਉਮੀਦ ਕਰਦੇ ਹਾਂ ਕਿ ਜਲਦ ਇਹ ਐਕਸ਼ਨ ਵੀ ਨਜ਼ਰ ਆਏ। ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਦੇ ਨਾਲ।